ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਜਿਵੇਂ ਕਿ ਮੈਂ ਪਹਿਲਾਂ ਦੱਸਿਆ ਵੀ ਅੱਜ ਅਸੀਂ ਜਿਹੜਾ ਸਾਡਾ ਪਹਿਲਾ ਲੈਕਚਰ ਹੈ ਇਹ ਇੱਕ ਜਰਨਲ ਹੀ ਹੈ, ਜਸਟ ਅਬਾਊਟ ਕੌਨਸਟੀਟਿਊਸ਼ਨ ਆਫ ਇੰਡੀਆ। 12 ਤੋਂ 15 ਜਾਂ ਹੱਦ 20 ਲੈਕਚਰ ਪੋਲਿਟੀ ਦੇ ਦਿੱਤੇ ਜਾਣਗੇ, ਜਿਹਦੇ ਵਿੱਚ ਪੋਲਿਟੀ ਹੈ ਜਿਹੜੀ ਬੜੇ ਈਜ਼ੀਲੀ ਤੁਹਾਡੀ ਕਵਰ ਹੋ ਜੂਗੀ। ਅਪਕਮਿੰਗ ਪੰਜਾਬ ਐਗਜ਼ਾਮਸ, ਫॉर ਹਰਿਆਣਾ ਐਗਜ਼ਾਮਸ, ਜਾਂ ਕੋਈ ਵੀ ਨੇਬਰ ਸਟੇਟ ਦਾ ਕੋਈ ਐਗਜ਼ਾਮ ਦਿੰਦੇ ਹੋ। ਪੜ੍ਹਨ ਦਾ ਇੱਕੋ ਇੱਕ ਤਰੀਕਾ ਹੈ, ਜਦੋਂ ਵੀ ਕਿਸੇ ਸਬਜੈਕਟ ਨੂੰ ਪੜ੍ਹੋ, ਮੈਂ ਤੁਹਾਨੂੰ ਅੱਜ ਹੀ ਦੱਸ ਦਿੰਦਾ। ਪਹਿਲਾਂ ਸਟਾਰਟਿੰਗ ਦੇ ਵਿੱਚ ਮੈਂ ਇਹ ਚੀਜ਼ਾਂ ਅਕਸਰ ਦੱਸ ਦਿੰਦਾ ਹੁੰਦਾ ਵੀ ਕਦੋਂ ਵੀ ਕੋਈ ਚੀਜ਼ ਸਬਜੈਕਟ ਪੜ੍ਹਨਾ ਸ਼ੁਰੂ ਕਰਦੇ ਹੋ ਤਾਂ ਉਹ ਸਬਜੈਕਟ ਨੂੰ ਥੋੜ੍ਹਾ ਟੈਕਨੀਕਲੀ ਲੈ ਕੇ ਚੱਲੋ, ਵੀ ਉਹ ਵੱਧ ਤਾਂ ਨਹੀਂ ਰਿਹਾ। ਕੋਈ ਵੀ ਸਬਜੈਕਟ ਅਗਰ ਤੁਸੀਂ ਪੜ੍ਹਦੇ ਹੋ ਉਹਦੇ ਨਾਲ ਨਾਲ ਤੁਹਾਡੀ ਕਰੰਟ ਦੇ ਵਿੱਚ ਕੀ ਵੈਲਿਊ ਹੈ ਉਸ ਸਬਜੈਕਟ ਦੀ, ਉਹ ਜ਼ਰੂਰ ਅਸੀਂ ਦੇਖਣੀ ਹੈ ਸਭ ਨੇ। ਠੀਕ ਹੈ, ਐਗਜ਼ਾਮ ਜਿਹੜਾ ਕੱਢਣਾ ਉਹ ਕਦੇ ਵੀ ਨੌਲੇਜ ਨਾਲ ਨਹੀਂ ਨਿਕਲਦਾ। ਐਗਜ਼ਾਮ ਕੌਨਫੀਡੈਂਸ ਨਾਲ ਨਿਕਲਦੇ ਨੇ। ਐਗਜ਼ਾਮ ਤੁਹਾਡੇ ਪੋਟੈਂਸ਼ੀਅਲ ਨਾਲ ਨਿਕਲਣਗੇ, ਤੁਹਾਡੇ ਪੜ੍ਹਨ ਦੇ ਤਰੀਕੇ। ਜਿਸ ਦਿਨ ਤੁਹਾਨੂੰ ਇਹ ਪਤਾ ਲੱਗ ਗਿਆ, ਜਿਸ ਦਿਨ ਤੁਹਾਨੂੰ ਇਹ ਚੀਜ਼ ਕਨਫਰਮ ਹੋ ਗਈ ਵੀ ਪੜ੍ਹਾਉਣ ਵਾਲੇ ਦੇ ਨਾਲ ਫਰੀਕੁਐਂਸੀ ਮੈਚ ਕਰ ਗਈ ਜਾਂ ਕੁਐਸਚਨ ਪਾਉਣ ਵਾਲੇ ਦੇ ਨਾਲ ਫਰੀਕੁਐਂਸੀ ਮੈਚ ਕਰਨ ਲੱਗ ਗਈ, ਉਸ ਦਿਨ ਲਾਜ਼ਮੀ ਹੈ ਕਿ ਉਸ ਤੋਂ ਅਗਲੇ ਵਾਲਾ ਐਗਜ਼ਾਮ ਹੈ ਜਿਹੜਾ ਤੁਹਾਡਾ ਬੜੇ ਈਜ਼ੀਲੀ ਕਰੈਕ ਹੋ ਜਾਏਗਾ। ਠੀਕ ਹੈ, ਮੈਂ ਪੜ੍ਹਾਉਣ ਦੇ ਨਾਲ ਨਾਲ ਤੁਹਾਨੂੰ ਥੋੜ੍ਹਾ ਜਿਹਾ ਤੁਹਾਡਾ ਮੋਰੈਲ ਵੀ ਅਪ ਕਰਾਂਗਾ ਤਾਂ ਜੋ ਨਿਰਾਸ਼ ਨਾ ਹੋਵੋ ਕਦੀ, ਕਿਉਂਕਿ ਇਹ ਇੱਕ ਲੌਂਗ ਬੈਟਲਫੀਲਡ ਵੀ ਬਣ ਜਾਂਦੀ ਹੈ ਕਈ ਵਾਰ ਜਿਹੜੀ ਕੰਪੀਟੀਸ਼ਨ ਹੈ। ਬਹੁਤ ਸਾਰੇ ਮੇਰੇ ਦੋਸਤ ਨੇ, ਸਟੂਡੈਂਟਸ ਨੇ ਜਿਹੜੇ ਮੈਨੂੰ ਜਾਣਦੇ ਨੇ, ਮੈਂ ਉਹਨਾਂ ਨੂੰ ਇਸੇ ਚੀਜ਼ ਤੋਂ ਹੈ। ਰੀਸੈਂਟ ਇੱਕ ਬੱਚੇ ਦਾ ਰਿਜ਼ਲਟ ਆਇਆ ਵੀ ਹੈ ਅਤੇ ਉਹ SBI ਸਿਲੈਕਟ ਹੋ ਗਿਆ। ਉਹ ਇਸੇ ਲਈ ਹੋ ਗਿਆ ਕਿਉਂਕਿ ਉਹਨੇ ਆਪਣਾ ਵਿਲ ਨਹੀਂ ਡਿੱਗਣ ਦਿੱਤਾ। ਨੌਲੇਜ ਕੁਛ ਨਹੀਂ ਹੈ, ਤੁਸੀਂ ਜਿੱਥੋਂ ਛੱਡਦੇ ਹੋ ਉੱਥੋਂ ਕੱਲ੍ਹ ਨੂੰ ਕੰਟੀਨਿਊ ਵੀ ਕਰ ਸਕਦੇ ਹੋ। ਇਹ ਮੇਰੇ ਹੀ ਹੱਥ ਦੇ ਲਿਖੇ ਹੋਏ ਨੇ। ਠੀਕ ਹੈ, ਚਲੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਟੌਪਿਕ 'ਤੇ ਆਉਂਦੇ ਹਾਂ। ਜਿਵੇਂ ਕਿ ਮੈਂ ਲਿਖਿਆ PDF 'ਚ, ਇੰਡੀਅਨ ਪੋਲਿਟੀ, ਭਾਰਤੀ ਰਾਜ ਵਿਵਸਥਾ। ਆਮ ਭਾਸ਼ਾ 'ਚ ਅਸੀਂ ਇਹਨੂੰ ਰਾਜ ਸ਼ਾਸਤਰ ਕਹਿੰਦੇ ਹਾਂ। ਅਸੀਂ ਛੋਟੇ ਹੁੰਦੇ ਸਭ ਨੇ ਪੜ੍ਹਿਆ ਰਾਜ ਸ਼ਾਸਤਰ, ਬਟ ਜਦੋਂ ਅਸੀਂ ਛੋਟੇ ਹੁੰਦੇ ਪੰਜਾਬੀ CBSE ਜਾਂ ICSE ਬੋਰਡਸ 'ਚ ਪੜ੍ਹਦੇ ਸਨ ਤਾਂ ਉਦੋਂ ਸਾਡੀਆਂ ਬੁੱਕਸ ਦੇ ਵਿੱਚ ਇੱਕ ਟੌਪਿਕ ਹੁੰਦਾ ਸੀ ਜਿਹਨੂੰ ਅਸੀਂ ਸੋਸ਼ਲ ਸਾਇੰਸ ਕਹਿੰਦੇ ਹਾਂ। ਇੱਕ ਕਿਤਾਬ ਹੁੰਦੀ ਸੀ, ਉਹ ਸੋਸ਼ਲ ਸਾਇੰਸ ਇੱਕ ਟੌਪਿਕ ਹੁੰਦਾ ਸੀ ਜਗਰਾਫੀ, ਇੱਕ ਹੁੰਦਾ ਸੀ ਹਿਸਟਰੀ, ਇੱਕ ਹੁੰਦਾ ਸੀ ਸਿਵਿਕਸ। ਜਿਹੜੇ ਮੇਰੇ ਵਾਂਗ ਪੰਜਾਬੀ ਸਕੂਲ 'ਚ ਪੜ੍ਹੇ ਨੇ ਉਹਨਾਂ ਨੂੰ ਉਹ ਨਾਗਰਿਕ ਸ਼ਾਸਤਰ, ਭੂਗੋਲ ਅਤੇ ਇਤਿਹਾਸ ਵਜੋਂ ਜਾਣਿਆ ਜਾਂਦਾ ਸੀ। ਨਾਗਰਿਕ ਸ਼ਾਸਤਰ ਜਿਵੇਂ ਸਾਇੰਸ ਹੈ, ਉਵੇਂ ਸਮਾਜ ਨੂੰ ਚਲਾਉਣ ਵਾਸਤੇ ਵੀ ਇੱਕ ਸੋਸ਼ਲ ਸਾਇੰਸ ਹੈ ਜਿਹਨੂੰ ਸਮਾਜਿਕ ਸਾਇੰਸ ਕਹਿੰਦੇ। ਅਤੇ ਉਹਦੇ ਵਿੱਚ ਇੱਕ ਪਾਰਟ ਹੈ ਰਾਜ ਸ਼ਾਸਤਰ। ਸਾਡੇ ਦੇਸ਼ ਨੂੰ, ਸਾਡੇ ਰਾਜ ਨੂੰ, ਸਾਡੇ ਤੰਤਰ ਨੂੰ ਚਲਾਉਣ ਵਾਸਤੇ ਇੱਕ ਕੰਮ ਆਉਂਦੀ ਹੈ ਜਿਹਨੂੰ ਅਸੀਂ ਪੋਲੀਟੀਕਲ ਸਟਰਕਚਰ ਕਹਿੰਦੇ ਹਾਂ, ਨਾਗਰਿਕ ਸ਼ਾਸਤਰ ਕਹਿੰਦੇ ਹਾਂ, ਰਾਜ ਸ਼ਾਸਤਰ ਕਹਿੰਦੇ ਹਾਂ, ਰਾਜ ਵਿਵਸਥਾ ਕਹਿੰਦੇ ਹਾਂ। ਹੁਣ ਮੈਂ ਅਕਸਰ 2 ਸਾਲ 3 ਸਾਲ 4-5 ਸਬਜੈਕਟ ਵਧੀਆ ਪੜ੍ਹਾਏ ਅਤੇ ਮੋਸਟਲੀ ਸਟੂਡੈਂਟਸ ਮੈਂ ਦੇਖਦਾ ਹੁੰਦਾ ਸੀ ਵੀ ਬਹੁਤ ਸਾਰੇ ਟੀਚਰ ਹੈ ਆਉਂਦੇ ਆ ਕਲਾਸ 'ਚ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਆ। ਹੁਣ ਮੈਂ ਜਿਹੜੀ ਇੱਥੇ ਲਿਖੀ ਹੈ ਚੀਜ਼, ਪਲੀਜ਼ ਇਸ 'ਤੇ ਧਿਆਨ ਦੇਣਾ। ਜੇ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਇਹਨੂੰ ਸ਼ੇਅਰ ਵੀ ਕਰਿਓ, ਪੜ੍ਹਿਓ ਜ਼ਰੂਰ। ਪਹਿਲਾਂ ਪੜ੍ਹਿਓ, ਉਹਨੂੰ ਸਮਝਿਓ। ਲੈਕਚਰ ਨੂੰ ਜਿੰਨੀ ਵਾਰ ਜ਼ਿਆਦਾ ਸੁਣੋਗੇ, ਕਿਉਂਕਿ ਮੈਂ ਇੰਗਲਿਸ਼ ਲਿਖਤੀ, ਹੁਣ ਇਹ ਸਿਰਫ ਐਕਸਪਲੇਨੇਸ਼ਨ ਹੈ। ਉਹ ਮੇਰਾ ਹੈ ਹੀ ਮੋਟਿਵ ਇਹ ਵੀ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਐਕਸਪਲੇਨੇਸ਼ਨ ਦਿੱਤੀ ਜਾਵੇ। ਠੀਕ ਹੈ, ਨਾ ਹੀ ਕੋਈ ਵੱਡੇ ਲੈਕਚਰ ਹੋਣਗੇ। ਹੁਣ ਪਹਿਲਾ ਕੁਐਸਚਨ ਮੈਂ ਲਿਖਿਆ ਵੀ ਕੌਨਸਟੀਟਿਊਸ਼ਨ। ਹਰੇਕ ਵਰਡ ਦਾ ਆਪਣਾ ਵਜੂਦ ਹੈ। ਮੇਰਾ ਨਾਮ ਰਜਿੰਦਰ ਹੈ, ਉਹਦਾ ਵੀ ਇੱਕ ਹੈ। ਮੇਰਾ ਨਾਮ ਅਕਸ਼ੇ ਹੈ, ਉਹਦਾ ਵੀ ਇੱਕ ਹੈ। ਕੋਈ ਵੀ ਵਰਡ ਅਗਰ ਅਸੀਂ ਪੜ੍ਹਦੇ ਹਾਂ, ਦੇਖੋ ਮੈਂ ਚਾਹੁੰਦਾ ਤੁਹਾਡੇ ਇੱਕ ਸਬਜੈਕਟ ਨਾਲ 3-3 2-2 ਸਬਜੈਕਟਸ ਤਿਆਰ ਹੋਣ। ਇੰਗਲਿਸ਼ ਦੀ ਵੋਕੈਬ ਫਾਸਟ ਹੋਵੇ, ਕਿਉਂਕਿ ਇੰਗਲਿਸ਼ ਦੇ ਵਿੱਚ ਨਾਊਨ ਪ੍ਰਨਾਊਨ ਆਉਣਗੇ। ਉਹ 'ਚੋਂ ਸਾਡੇ ਕਈ ਸਟੂਡੈਂਟਸ ਚਲੋ ਵੀਕ ਰਹਿ ਜਾਂਦੇ ਨੇ, ਬਟ ਐਵੇਂ ਦਾ ਕੁਛ ਨਹੀਂ ਹੈ ਕਿ ਉਹ ਵੋਕੈਬ 'ਚੋਂ ਵੀਕ ਨਹੀਂ ਰਹਿਣੇ ਚਾਹੀਦੇ। ਹਰੇਕ ਵਰਡ ਦਾ ਇੱਕ ਆਪਣਾ ਇਤਿਹਾਸ ਹੁੰਦਾ। ਜਿਵੇਂ ਹੁਣ ਕੌਨਸਟੀਟਿਊਸ਼ਨ, ਮੈਂ ਅਕਸਰ ਕਲਾਸ ਦੇ ਵਿੱਚ ਜਾਂਦਾ ਸੀ ਤਾਂ ਮੈਂ ਸਟਾਰਟਿੰਗ ਵੇਲੇ ਇਹ ਕੁਐਸਚਨ ਪੁੱਛਦਾ ਹੁੰਦਾ ਸੀ ਕਿ ਹਾਂਜੀ ਆਪਣੀ ਪੋਲਿਟੀ ਦੀ ਕਲਾਸ ਹੈ, ਦੱਸੋ ਕੀ ਹੁੰਦਾ। ਸਟੂਡੈਂਟਸ ਨੇ ਪੋਲਿਟੀ ਨੂੰ ਬਣਾਇਆ ਹੈ ਵੀ ਰਾਸ਼ਟਰਪਤੀ ਕੌਣ ਹੈ, ਪ੍ਰਾਈਮ ਮਿਨਿਸਟਰ ਕੌਣ ਹੈ। ਮੇਰਾ ਪਹਿਲੀ ਕਲਾਸ 'ਚ ਇਹ ਜ਼ਰੂਰ ਕੁਐਸਚਨ ਹੁੰਦਾ ਸੀ ਵੀ ਨੈਸ਼ਨਲ ਲੈਂਗੁਏਜ ਕਿਹੜੀ ਹੈ, ਨੈਸ਼ਨਲ ਗੇਮ ਕਿਹੜੀ ਹੈ। ਅਕਸਰ ਇਹ ਚੀਜ਼ ਮੈਂ ਪੁੱਛਦਾ ਸੀ। ਹੁਣ ਇੱਥੇ ਵੀ ਉਹੀ ਚੀਜ਼ ਲਿਖੀ ਹੈ ਵੀ ਕੌਨਸਟੀਟਿਊਸ਼ਨ।
ਜੇ ਮੈਂ ਇਹ ਪੁੱਛਦਾ ਸੀ ਤਾਂ ਸਾਰੇ ਬੱਚੇ ਮੈਨੂੰ ਰਿਪਲਾਈ ਕਰਦੇ ਸਨ ਕਿ ਸੰਵਿਧਾਨ, ਬਟ ਇਹ ਸੰਵਿਧਾਨ ਨਹੀਂ ਹੈ। ਸੰਵਿਧਾਨ ਕੀ ਹੈ? ਮੈਂ ਤੁਹਾਨੂੰ ਪੁੱਛ ਲੈਂਦਾ ਅਕਸਰ ਕਿ ਵਾਟ ਇਜ਼ ਯੂਨਾਈਟਿਡ ਨੇਸ਼ਨ, ਯੂਨਾਈਟਿਡ ਨੇਸ਼ਨ ਕੀ ਹੈ, UN ਕੀ ਹੈ? ਤੁਸੀਂ ਮੈਨੂੰ ਆਨਸਰ ਦੱਸ ਦਿੰਦੇ ਹੋ ਸਾਰੇ ਜਾਣੇ ਕਿ ਯੂਨਾਈਟਿਡ ਨੇਸ਼ਨ। ਬਟ ਜੇ ਮੈਂ ਤੁਹਾਨੂੰ ਕਹਾਂ ਕਿ ਐਕਸਪਲੇਨ ਕਰੋ ਇੱਕ ਵਰਡ 'ਚ, ਸਟੂਡੈਂਟ ਉਹੀ ਸਕਸੈਸਫੁਲ ਹੁੰਦਾ ਘੱਟ ਤੋਂ ਘੱਟ ਟਾਈਮ 'ਚ ਆਪਣਾ ਅੱਛਾ ਯੂਟੀਲਾਈਜ਼ ਕਰੇ, ਘੱਟ ਤੋਂ ਘੱਟ ਵਰਡਸ ਜ਼ਿਆਦਾ ਤੋਂ ਜ਼ਿਆਦਾ ਵੱਡੀ ਗੱਲ ਕਹਿ ਸਕੇ, ਟੀਚਰ ਵੀ ਉਹੀ ਵਧੀਆ। ਤੁਸੀਂ ਮੈਨੂੰ ਕੋਈ 20 ਜਣੇ ਅਗਰ ਵਿਊਜ਼ ਦੇਖ ਰਹੇ ਨੇ ਤਾਂ ਉਹ 20 ਬੱਚੇ ਮੈਨੂੰ ਇਹ ਕਹਿਣਗੇ ਕਿ ਯੂਨਾਈਟਿਡ ਨੇਸ਼ਨ ਹੈ ਜੀ, ਬਟ ਹੈ ਕੀ? ਇਟ ਇਜ਼ ਅ ਪੀਸ ਕੀਪਿੰਗ ਆਰਗੇਨਾਈਜੇਸ਼ਨ। ਇਹ ਇੱਕ ਸ਼ਾਂਤੀ ਬਣਾਈ ਰੱਖਣ ਵਾਲੀ ਸੰਸਥਾ, ਵਰਲਡ ਨੂੰ ਸ਼ਾਂਤ ਬਣਾ ਕੇ ਰੱਖਣ ਵਾਲੀ, ਤਾਂ ਜੋ ਜਾਨੀ ਮਾਲੀ ਨੁਕਸਾਨ ਆਪਣਾ ਵੀ ਨਾ ਹੋਵੇ, ਨਾ ਪਸ਼ੂ ਪੰਛੀਆਂ ਦਾ ਹੋਵੇ। ਅਤੇ ਤੀਜੀ ਵਰਲਡ ਵਾਰ ਆਮ ਭਾਸ਼ਾ 'ਚ ਮੈਂ ਇਹੀ ਚੀਜ਼ਾਂ ਬੇਸਿਕ ਦੀ ਹੀ ਗੱਲ ਕਰਨੀ ਹੈ। ਹੁਣ ਮੈਂ ਪਹਿਲੇ ਲਾਈਨ ਲਿਖੀ, ਵਾਟ ਇਜ਼ ਕੌਨਸਟੀਟਿਊਸ਼ਨ। ਵੈਰੀ ਸਭ ਤੋਂ ਪਹਿਲਾ ਕੁਐਸਚਨ ਤੁਸੀਂ ਛੋਟੀ ਭਾਸ਼ਾ 'ਚ ਕੀ ਕਹਿਣਾ? ਸੁਪਰੀਮ ਲਾਅ ਆਫ ਦ ਕੰਟਰੀ, ਸਭ ਤੋਂ ਉੱਪਰ ਰੱਖਿਆ ਗਿਆ ਕਾਨੂੰਨ ਦਸਤਾਵੇਜ਼। ਇਹਦੇ ਤੋਂ ਉੱਪਰ ਨਾ ਤਾਂ ਮੈਂ ਹਾਂ, ਨਾ ਆਪ ਨੇ, ਅਤੇ ਨਾ ਹੀ ਰਾਸ਼ਟਰਪਤੀ ਸਾਹਿਬ ਨੇ, ਅਤੇ ਨਾ ਹੀ ਸਾਡੇ PM ਸਾਹਿਬ ਨੇ, ਕੋਈ ਵੀ ਨਹੀਂ ਹੈ। ਰਾਸ਼ਟਰਪਤੀ ਅਤੇ ਪ੍ਰਾਈਮ ਮਿਨਿਸਟਰ ਵੀ ਉਨੇ ਹੀ ਵਧੀਆ ਸਿਟੀਜ਼ਨ ਨੇ ਜਿੰਨੇ ਕਿ ਆਪਾਂ। ਸਾਡੀ ਸਭ ਦੀ ਬਰਾਬਰ ਦੀ ਉਹ ਹੈ ਸੈਲਫ ਰਿਸਪੈਕਟ। ਬੁੱਕ ਆਫ ਰੂਲਸ ਐਂਡ ਰੈਗੂਲੇਸ਼ਨ ਵਿਚ ਹੈਲਪ ਟੂ ਗਵਰਨ ਦ ਕੰਟਰੀ। ਬੜੀ ਸਿੰਪਲ ਜੀ ਭਾਸ਼ਾ 'ਚ, ਇਸ ਤੋਂ ਸੌਖੀ ਭਾਸ਼ਾ ਆਪਾਂ ਨਹੀਂ ਯੂਜ਼ ਕਰ ਸਕਦੇ। ਇਹ ਉਹ ਕਿਤਾਬ ਹੈ ਜਿਹਦੇ ਵਿੱਚ ਸਾਰੇ ਰੂਲਸ ਐਂਡ ਰੈਗੂਲੇਸ਼ਨ ਲਿਖੇ ਹੋਏ ਹਨ ਕੰਟਰੀ ਨੂੰ ਚਲਾਉਣ ਵਾਸਤੇ। ਇੱਕ ਅੱਛੇ ਮੈਨਰ, ਸਾਊਂਡ ਮੈਨਰ, ਆਪਾਂ ਕਹਿੰਦੇ ਨੇ ਇੱਕ ਸਾਊਂਡ ਪਰਸਨ ਹੈ ਉਹ, ਉਹਨੂੰ ਨਾਗਰਿਕ ਪੋਲੀਟੀਕਲੀ ਵਾਈਜ਼ ਵੀ, ਆਰਥਿਕ ਤੌਰ 'ਤੇ ਵੀ, ਰਾਜਨੀਤਿਕ ਤੌਰ 'ਤੇ ਵੀ, ਅਤੇ ਸਮਾਜਿਕ ਤੌਰ 'ਤੇ। ਸਮਾਜਿਕ ਮਤਲਬ ਸਾਨੂੰ ਸਭ ਨੂੰ ਇਕੁਐਲਿਟੀ ਮਿਲੇ। ਠੀਕ ਹੈ ਜੀ, ਇੱਥੇ ਤੱਕ। ਸੋ ਅੱਜ ਤੋਂ ਬਾਅਦ ਜੇ ਤੁਹਾਡੇ ਤੋਂ ਕੋਈ ਸੰਵਿਧਾਨ ਪੁੱਛਦਾ ਕਿ ਵਾਟ ਇਜ਼ ਕੌਨਸਟੀਟਿਊਸ਼ਨ, ਤੁਸੀਂ ਇਹ ਨਹੀਂ ਕਹਿਣਾ ਕਿ ਪੋਲਿਟੀ। ਪੋਲਿਟੀ ਤਾਂ ਕੁਛ ਨਹੀਂ ਹੈ, ਪੋਲਿਟੀ ਇੱਕ ਅਲੱਗ ਚੀਜ਼, ਪੋਲਿਟੀ ਤਾਂ ਸ਼ਾਸਤਰ ਹੈ। ਪੋਲਿਟੀ ਦੇ ਅੰਦਰ ਵਾਟ ਇਜ਼ ਕੌਨਸਟੀਟਿਊਸ਼ਨ, ਦੈਟ ਇਜ਼ ਦ ਮੀਨ ਕਿ ਇਟਸ ਅ ਸੁਪਰੀਮ ਲਾਅ ਆਫ ਦ ਕੰਟਰੀ। ਇਹ ਉਹ ਕਿਤਾਬ ਹੈ ਜਿਹਦੇ ਵਿੱਚ ਅਸੀਂ ਸਭ ਨੇ ਰੂਲਸ ਐਂਡ ਰੈਗੂਲੇਸ਼ਨ ਲਿਖੇ, ਅਤੇ ਅਸੀਂ ਆਪਣੇ ਦੇਸ਼ ਨੂੰ ਚਲਾਉਣ ਵਾਸਤੇ ਇੱਕ ਅੱਛੇ ਆਰਥਿਕ ਵੇ 'ਚ, ਇੱਕ ਰਾਜਨੀਤਿਕ ਵੇ 'ਚ, ਅਤੇ ਇੱਕ ਸਮਾਜਿਕ ਵੇ ਦੇ ਵਿੱਚ ਜਿਹੜਾ ਵੀ ਯੂਜ਼ ਕਰਾਂ। ਦੂਜੀ ਗੱਲ, ਕੌਨਸਟੀਟਿਊਸ਼ਨ ਕਿੰਨੇ ਤਰ੍ਹਾਂ ਦਾ ਹੁੰਦਾ? ਦੂਜਾ ਕੁਐਸਚਨ, ਇਹ 2 ਤਰ੍ਹਾਂ ਦਾ ਹੁੰਦਾ ਵੀਰ, ਕੋਡੀਫਾਈਡ ਅਤੇ ਅਨਕੋਡੀਫਾਈਡ। ਕੋਡੀਫਾਈਡ ਆਮ ਭਾਸ਼ਾ 'ਚ ਜਿਹੜੇ ਸਟੂਡੈਂਟਸ ਨੂੰ ਨਹੀਂ ਪਤਾ ਲੱਗਦਾ, ਜਿੰਨੀਆਂ ਵੀ, ਇੱਕ ਮੈਂ ਥੋੜ੍ਹਾ ਜਿਹਾ ਪੌਜ਼ ਲੈ ਰਿਹਾ, ਜੋ ਵੀ ਮੇਰੀਆਂ ਕਮੀਆਂ ਮੇਰੀ ਭਾਸ਼ਾ 'ਚ ਜੇ ਕਿਸੇ ਨੂੰ ਨਹੀਂ ਸਮਝ ਆਉਂਦੀ ਤਾਂ ਜ਼ਰੂਰ ਦੱਸਿਓ। ਮੈਂ ਹੋਰ ਵੀ ਲਾਈਟ ਵੇ 'ਚ ਪੜ੍ਹਾਉਣਾ ਤੁਹਾਨੂੰ ਸ਼ੁਰੂ ਕਰੂੰਗਾ। ਮੈਂ ਦੁਬਾਰਾ ਕਹਿ ਰਿਹਾ, ਮੇਰਾ ਐਮਫੈਸਿਸ ਹੋਊਗਾ, ਮੋਸਟਲੀ ਜ਼ੋਰ ਹੋਊਗਾ ਉਹ ਪੰਜਾਬ ਦੇ ਨਹੀਂ, ਜਿਹੜੇ ਵੀ ਸਟੇਟ ਦੇ ਸਟੂਡੈਂਟਸ ਕੋਈ ਵੀ ਦੇਖੂਗਾ, ਸਾਡਾ ਇਹੀ ਜ਼ੋਰ ਹੋਊਗਾ ਵੀ ਅਸੀਂ ਉਹਨੂੰ ਬੇਸਿਕ ਗਾਈਡੈਂਸ ਦਈਏ ਇਨਡਾਇਰੈਕਟਲੀ, ਤਾਂ ਜੋ ਉਹਦਾ ਮੋਰੈਲ ਇਨ ਫਿਊਚਰ 2 4 6 ਸਾਲ ਜਿੰਨਾ ਟਾਈਮ ਵੀ ਉਹ ਆਪਣੀ ਕੋਚਿੰਗ 'ਤੇ ਲਗਾਉਂਦਾ, ਸਾਲ ਲਗਾਉਂਦਾ, 2 ਸਾਲ ਲਗਾਉਂਦਾ, ਡਾਊਨ ਨਾ ਹੋਵੇ। ਮੈਂ ਬਹੁਤ ਸਟੂਡੈਂਟ ਦੇਖ ਲਏ ਜਿਹਨਾਂ ਨੂੰ ਸਿਰਫ ਕੋਚਿੰਗ ਇੰਸਟੀਚਿਊਟ ਤੋਂ ਬਾਅਦ ਕੁਛ ਨਹੀਂ ਰਹਿ ਜਾਂਦਾ, ਉਹਨਾਂ ਨੂੰ ਦੇ ਡੋਂਟ ਅੰਡਰਸਟੈਂਡ ਹਾਊ ਟੂ ਰੀਡ, ਵਟ ਟੂ ਰੀਡ, ਵੈਨ ਟੂ ਰੀਡ, ਕਿੱਥੋਂ ਪੜ੍ਹੀਏ, ਕਿਉਂ ਪੜ੍ਹੀਏ, ਕਿਵੇਂ ਪੜ੍ਹੀਏ। ਟਾਈਪਸ ਆਫ ਕੌਨਸਟੀਟਿਊਸ਼ਨ, ਜੇ ਅੱਛੇ ਵੇ 'ਚ ਲਿਖਿਆ ਉਹ ਵੀ ਲਿਖਤਾ, ਆਮ ਭਾਸ਼ਾ 'ਚ ਰਿਟਨ ਅਤੇ ਅਨਰਿਟਨ ਲਿਖਤੇ। ਇੰਡੀਅਨ ਅਤੇ USA ਦਾ ਰਿਟਨ ਹੈ, ਅਤੇ ਇੰਗਲੈਂਡ ਦਾ ਜਿਹੜਾ ਹੈ ਉਹ ਅਨਰਿਟਨ ਹੈ। ਅਤੇ ਦੂਜੀ ਗੱਲ ਇੱਥੇ ਸਿੱਖਣ ਵਾਲੀ ਇਹ ਹੈ ਵੀ ਜਿਹੜਾ ਅਨਰਿਟਨ ਵੀ ਹੈ ਉਹਦਾ ਇਹ ਮਤਲਬ ਨਹੀਂ ਹੈ ਕਿ ਉਹ ਬਿਲਕੁਲ ਅਨਰਿਟਨ ਹੈ। ਤੁਸੀਂ ਵੀ ਸਭ ਨੇ ਕੱਲ੍ਹ ਨੂੰ ਪਟਵਾਰੀ ਲੱਗਣਾ ਹੈ, ਕੋਈ A ਕਲਾਸ ਆਫਿਸਰ ਲੱਗਣਾ ਹੈ। ਜਦੋਂ ਤੁਸੀਂ ਜਿਸ ਦਿਨ ਜੁਆਇਨ ਹੋਵੋਗੇ, ਜਦੋਂ ਤੁਹਾਨੂੰ ਓਥ ਚੁਕਾਈ ਜਾਊਗੀ, ਤੁਹਾਨੂੰ ਦੱਸਿਆ ਜਾਊਗਾ ਵੀ ਡੂਜ਼ ਐਂਡ ਡੋਂਟ ਤੁਹਾਨੂੰ ਵੀ ਦਿੱਤੇ ਜਾਣਗੇ। ਅਨਰਿਟਨ ਹੈ, ਤੁਹਾਨੂੰ ਤੁਹਾਡੇ ਉਹ 'ਚ ਲੈਟਰ 'ਚ ਲਿਖਿਆ ਹੋਊਗਾ, ਜਿਹੜੇ ਪੁਲਿਸ 'ਚ ਜੁਆਇਨ ਕਰਨਗੇ ਮੁੰਡੇ ਕੁੜੀਆਂ ਜੋ ਵੀ ਹੋਣਗੇ, ਤਾਂ ਉਹਨਾਂ ਨੂੰ ਵੀ ਦੱਸਿਆ ਜਾਊਗਾ ਕਿ ਤੁਸੀਂ ਵੀ ਆਹ ਡੂਜ਼ ਐਂਡ ਡੋਂਟਸ ਨੇ ਜਿਹੜੇ ਪ੍ਰੋਵਾਈਡ ਕਰਨੇ ਨੇ। ਠੀਕ ਹੈ ਨਾ, ਵੀ ਤੁਸੀਂ ਆਹ ਚੀਜ਼ਾਂ ਜਿਹੜੀਆਂ ਨੇ ਕਰਨੀਆਂ ਨੇ। ਸੋ ਆਹ ਚੀਜ਼ ਦਾ ਤੁਹਾਨੂੰ ਥੋੜ੍ਹਾ ਜਿਹਾ ਖਿਆਲ ਰੱਖਣਾ ਪਊਗਾ। ਉਹੀ ਚੀਜ਼ ਹੈ, ਉਹਨਾਂ ਨੇ ਵੀ ਅਨਕੋਡੀਫਾਈਡ ਦਾ ਥੋੜ੍ਹਾ ਜਿਹਾ ਚਾਰਟਰ ਬਣਾ ਕੇ ਟੰਗਿਆ ਹੋਇਆ ਵੀ ਆਹ ਡੂਜ਼ ਨੇ, ਇਹ ਕਰਨਾ, ਆਹ ਨਹੀਂ ਕਰਨਾ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਦੁਨੀਆ 'ਚ ਸਭ ਤੋਂ ਪਹਿਲੀ ਕੌਨਸਟੀਟਿਊਸ਼ਨ, ਸੰਵਿਧਾਨ ਬਣਾਉਣ ਵਾਲੀ, ਲਿਖਣ ਵਾਲੀ, ਜਿਨ੍ਹਾਂ ਨੇ ਫਰੇਮ ਕੀਤਾ, ਫਰੇਮ ਤਾਂ ਸਮਝਦੇ ਹੋ, ਜਿਨ੍ਹਾਂ ਨੇ ਦੁਨੀਆ 'ਚ ਸਭ ਤੋਂ ਪਹਿਲਾਂ ਕੌਨਸਟੀਟਿਊਸ਼ਨ ਫਰੇਮ ਕੀਤਾ, ਉਹ ਸੀ ਯੂਨਾਈਟਿਡ ਸਟੇਟਸ ਆਫ ਅਮਰੀਕਾ। ਹੁਣ
ਇੱਕ ਕੁਐਸਚਨ ਸ਼ਾਇਦ ਇਹ ਕਿਸੇ ਕਿਤਾਬ 'ਚ ਨਹੀਂ ਮਿਲਦਾ, ਸ਼ਾਇਦ ਕਿਤੇ ਵੀ ਨਹੀਂ ਮਿਲਦਾ। ਜੋ ਵੀ ਸਟੂਡੈਂਟਸ ਲੂਸੈਂਟ ਪੜ੍ਹਦੇ ਨੇ, ਚਲੋ ਜੋ ਤੁਸੀਂ ਪੜ੍ਹਦੇ ਹੋ ਬਹੁਤ ਵਧੀਆ ਗੱਲ ਹੈ। ਇਹ ਅਕਸਰ ਮੈਂ ਦੱਸਦਾ ਹੁੰਦਾ ਵੀ ਕੌਨਸਟੀਟਿਊਸ਼ਨ, ਜਿਵੇਂ ਮੈਂ ਉੱਪਰ ਤੁਹਾਨੂੰ ਦੱਸ ਕੇ ਆਇਆ ਕਿ ਵਾਟ ਇਜ਼ ਕੌਨਸਟੀਟਿਊਸ਼ਨ। ਹੁਣ ਤੁਹਾਡਾ ਇਹ ਕੁਐਸਚਨ ਇੱਥੇ ਰਾਈਜ਼ ਹੋ ਸਕਦਾ ਕਿ ਕੌਨਸਟੀਟਿਊਸ਼ਨ ਸ਼ਬਦ ਕਿਹਨੇ ਈਜਾਦ ਕੀਤਾ। ਈਜਾਦ ਕਰਨਾ ਮਤਲਬ ਉਹਨੂੰ ਇਨਵੈਂਟ ਕਰਨਾ। ਕਿਸ ਚੀਜ਼ ਨੂੰ ਉਹਨੇ ਸਾਹਮਣੇ ਲੈ ਕੇ ਆਇਆ, ਕੌਣ ਲੈ ਕੇ ਆਇਆ? ਜੇਮਸ ਮੈਡੀਸਨ। ਕਿਸੇ ਅੱਛੇ ਐਗਜ਼ਾਮ 'ਚ ਵੀ ਪੁੱਛਿਆ ਜਾ ਸਕਦਾ ਅਤੇ ਕਿਸੇ ਵੀ ਮਤਲਬ ਪੰਜਾਬ ਦੇ ਕਿਸੇ ਉਹਦੇ 'ਚ ਵੀ ਪੁੱਛਿਆ ਜਾ ਸਕਦਾ ਬਈ, ਤੁਹਾਡੇ ਲੋ ਲੈਵਲ ਦੇ ਛੋਟੇ ਐਗਜ਼ਾਮ 'ਚ ਹੀ ਪੁੱਛਿਆ ਜਾ ਸਕਦਾ। ਮੇਰਾ ਮੋਟਿਵ ਸੀ, ਉਹ ਮੈਂ ਡਿਊਟੀ ਦੱਸਤੀ। ਕੁਆਇਨ, ਜਿਹਨੇ ਸ਼ਾਇਦ ਦੁਨੀਆ ਨੂੰ ਸਭ ਤੋਂ ਪਹਿਲਾਂ ਸੰਵਿਧਾਨ ਨਾਮ ਦਾ ਵਰਡ ਦਿੱਤਾ। ਸੰਵਿਧਾਨ ਵਰਡ ਕਿਹਨੇ ਈਜਾਦ ਕੀਤਾ, ਇਹ ਸਾਰਿਆਂ ਨੇ ਧਿਆਨ ਦੇ ਨਾਲ ਸੁਣ ਲਿਆ। ਜੇਮਸ ਮੈਡੀਸਨ। ਉਹ ਅਮਰੀਕਾ ਦਾ ਹੀ ਰਹਿਣ ਵਾਲਾ ਸੀ, ਠੀਕ ਹੈ ਨਾ। ਅਤੇ ਜਦੋਂ ਅਮੈਰੀਕਨ ਕੌਨਸਟੀਟਿਊਸ਼ਨ ਬਣ ਰਿਹਾ ਸੀ, ਥੋਮਸ ਜੈਫਰਸਨ ਦੇ ਨਾਲ ਉਹਨੇ ਵੀ ਆਪਣੀ ਥੋੜ੍ਹੀ ਜਿਹੀ ਹੈਲਪ ਦਿਖਾਈ। ਅਸੀਂ ਅਗਲੇ ਪੇਜ 'ਤੇ ਚੱਲਦੇ ਹਾਂ। ਹੁਣ ਗੱਲ ਕਰਦੇ ਹਾਂ, ਇੱਥੋਂ ਸ਼ੁਰੂ ਹੁੰਦਾ ਭਾਰਤੀ ਕੌਨਸਟੀਟਿਊਸ਼ਨ, ਭਾਰਤੀ ਸੰਵਿਧਾਨ। ਬੜੀ ਸਿੰਪਲ ਲੈਂਗੁਏਜ ਲਿਖੀ ਹੈ। ਫਿਰ ਇੱਥੇ ਮੈਂ ਛੋਟੇ ਤੋਂ ਛੋਟੇ ਕੰਟੈਂਟ ਦੇ ਵਿੱਚ ਤੁਹਾਨੂੰ ਜ਼ਿਆਦਾ ਚੀਜ਼ਾਂ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਤੁਸੀਂ ਨਾ ਕਨਫਿਊਜ਼ ਹੋਵੋ। ਹੁਣ ਇੱਥੇ ਲਿਖਿਆ ਗਿਆ ਇੰਡੀਅਨ ਕੌਨਸਟੀਟਿਊਸ਼ਨ, ਠੀਕ ਹੈ ਜੀ। ਇੰਡੀਅਨ ਕੌਨਸਟੀਟਿਊਸ਼ਨ, ਇਹਦੇ ਵਿੱਚ ਵੀ ਉਹੀ ਗੱਲ ਆ ਜਾਂਦੀ ਹੈ, ਭਾਰਤੀ ਸੰਵਿਧਾਨ। ਇਹਦੀ ਕੋਈ ਜਿਹੜੀ ਸਾਡੇ ਸੰਵਿਧਾਨ ਦੀ ਜੜ੍ਹ ਨਾ ਤਾਂ ਆਜ਼ਾਦੀ ਨਾਲ ਮੇਲ ਖਾਂਦੀ ਹੈ ਅਤੇ ਨਾ ਸਾਡੇ ਸੰਵਿਧਾਨ ਦੀ ਜੜ੍ਹ ਕੋਈ ਸਾਡੇ ਰਿਪਬਲਿਕ ਡੇ ਨਾਲ ਮੇਲ ਖਾਂਦੀ ਹੈ, ਅਤੇ ਨਾ 1935 ਨਾ 1946। ਭਾਰਤੀ ਸੰਵਿਧਾਨ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਕੌਲੋਨੀਅਲ ਰੂਲ ਤੋਂ ਬਿਲੋਂਗ ਕਰਦੀਆਂ। ਕੌਲੋਨੀਅਲ ਰੂਲ ਹੁੰਦਾ ਈਸਟ ਇੰਡੀਆ ਕੰਪਨੀ ਕਹਿ ਲਓ, ਉਪਨਿਵੇਸ਼ਕ ਕਹਿ ਲਓ, ਜਾਂ ਪੁਰਾਣਾ ਜਿਹੜਾ ਅੰਗਰੇਜ਼ੀ ਰਾਜ ਜਦੋਂ ਸਾਡੇ ਰਾਜ 'ਚ ਸਥਾਪਿਤ ਹੋਣਾ ਹੋਇਆ ਸੀ ਸ਼ੁਰੂ, ਠੀਕ ਹੈ। ਠੀਕ ਹੈ ਜੀ। ਭਾਰਤ ਦੇ ਵਿੱਚ ਵੀ ਦੋਨੋਂ ਤਰ੍ਹਾਂ ਦੇ ਸੰਵਿਧਾਨ ਦੀ ਡਿਮਾਂਡ ਕੀਤੀ ਗਈ। ਦੇਅਰ ਵਾਜ਼ ਆਲਸੋ ਡਿਮਾਂਡ ਫਾਰ ਬੋਥ ਟਾਈਪ ਆਫ ਕੌਨਸਟੀਟਿਊਸ਼ਨ, ਰਿਟਨ ਔਰ ਅਨਰਿਟਨ। ਰਿਟਨ ਦੀ 1934-35 'ਚ ਡਿਮਾਂਡ ਸੀ, ਬਟ ਗੱਲ ਕੀ ਸੀਗੀ, ਸਾਡੇ ਕੋਲ ਬਣਾਉਣ ਵਾਸਤੇ ਕੋਈ ਉਪਲਬਧ ਮਸ਼ੀਨਰੀ ਨਹੀਂ ਸੀ, ਉਪਲਬਧ ਔਰਗਨਾਈਜੇਸ਼ਨ ਨਹੀਂ ਸੀ। ਅਨਰਿਟਨ ਦੀ ਐਗਜ਼ਾਮਪਲ ਤਾਂ ਗੋਪਾਲ ਕ੍ਰਿਸ਼ਨ ਗੋਖਲੇ, ਜਿਹੜੇ ਕਿ ਗਾਂਧੀ ਦੇ ਗੁਰੂ ਮੰਨੇ ਜਾਂਦੇ ਸਨ, ਉਹਨਾਂ ਨੇ 1911 ਦੇ ਵਿੱਚ ਹੀ ਦੇਤੀ। ਜੀ ਕੇ ਗੋਖਲੇ ਨੇ, ਉਹਨਾਂ ਨੇ ਦੇਤੀ ਸੀ। ਫਿਰ ਜਦੋਂ ਅਨਰਿਟਨ ਤੋਂ ਬਾਅਦ ਰਿਟਨ ਦੀ ਗੱਲ ਆਈ, ਤਾਂ ਰਿਟਨ ਦੀ ਗੱਲ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਤਾਂ ਇਹੀ ਚਾਹੀਦਾ ਸੀ ਕਿ ਅਸੀਂ ਕੌਨਸਟੀਟਿਊਸ਼ਨ ਬਣਾਉਣਾ ਕਿਵੇਂ ਹੈ। ਸਭ ਤੋਂ ਵੱਡਾ ਸਵਾਲ ਸਾਡੇ ਵਾਸਤੇ ਇੰਡੀਆ 'ਚ ਇਹੀ ਸੀ, ਅਸੀਂ ਸੰਵਿਧਾਨ ਬਣਾਉਣਾ ਕਿਵੇਂ ਹੈ। ਅੰਗਰੇਜ਼ ਈਜ਼ੀਲੀ ਮੰਨੇ ਵੀ ਅਤੇ ਨਹੀਂ ਵੀ। ਉਹ ਮੰਨੇ ਕਿਉਂ ਵੀ ਅਸੀਂ ਤੁਹਾਨੂੰ ਸੰਵਿਧਾਨ ਬਣਾਉਣ ਵਾਸਤੇ ਕੌਨਸਟੀਟਿਊਸ਼ਨ ਅਸੈਂਬਲੀ ਦੀ ਉਹ ਦੇ ਦਾਂਗੇ। ਬਾਈ ਇੱਕ ਛੋਟਾ ਜਿਹਾ ਟੌਪਿਕ ਮੈਂ ਤੁਹਾਨੂੰ ਸਿੰਪਲੀ ਡਿਸਕਸ ਕਰਾਉਣਾ। ਇਹ ਆਜ਼ਾਦੀ ਹੈ ਜਿਹੜੀ, ਇਹ ਦਿੱਤੀ ਨਹੀਂ ਗਈ, ਲਿੱਤੀ ਨਹੀਂ ਗਈ, ਇਹ ਅੰਗਰੇਜ਼ਾਂ ਵੱਲੋਂ ਦਿੱਤੀ ਗਈ ਹੈ। ਹੁਣ ਦੇਖੋ, ਥੋੜ੍ਹਾ ਜਿਹਾ ਸਮਝਣ ਦੀ ਗੱਲ ਹੈ। ਜਿਵੇਂ ਮੈਂ ਪਹਿਲਾਂ ਦੱਸਿਆ ਵੀ ਹਰੇਕ ਸਬਜੈਕਟ ਅਗਰ ਕਰੰਟ 'ਚ ਚੱਲਦਾ ਤਾਂ ਹਰੇਕ ਸਬਜੈਕਟ ਆਪਸ 'ਚ ਇੰਟਰਲਿੰਕ ਵੀ ਹੁੰਦਾ। ਇੰਟਰਲਿੰਕ ਹੋਣ ਦਾ ਮਤਲਬ ਕੀ ਹੁੰਦਾ, ਉਹ ਜੁੜ ਵੀ ਜਾਂਦਾ, ਉਹ ਆਪਸ ਦੇ ਵਿੱਚ ਜੁੜਦੇ ਨੇ। ਹੁਣ ਇੱਥੇ ਇਤਿਹਾਸ ਨਾਲ ਜੁੜੇਗਾ ਤੁਹਾਡਾ ਸਬਜੈਕਟ, ਕਿਵੇਂ? 1939 ਤੋਂ ਲੈ ਕੇ 1945 ਤੱਕ ਦੂਜਾ ਵਿਸ਼ਵ ਯੁੱਧ ਚੱਲਿਆ, ਵਰਲਡ ਵਾਰ 2। ਅੰਗਰੇਜ਼ੀ ਹਕੂਮਤ ਦੀ ਉਸ ਟਾਈਮ 'ਤੇ ਨਾ ਹੋਈ ਵੀ ਸੀ। ਉਹਨਾਂ ਦੀ ਮੈਨ ਪਾਵਰ ਵੀ ਕੰਮ ਕਰ ਰਹੀ ਸੀ, ਉਹਨਾਂ ਦੀ ਮਸ਼ੀਨਰੀ ਵੀ ਕੰਮ ਕਰ ਰਹੀ ਸੀ, ਉਹਨਾਂ ਦਾ ਪੈਸਾ ਵੀ ਡੁੱਬ ਰਿਹਾ ਸੀ। ਯਾਨੀ ਕਿ ਉਹ ਪੋਲੀਟੀਕਲੀ ਵੀ, ਇਕਨੋਮਿਕਲੀ ਵੀ, ਅਤੇ ਉਹ ਕੀ ਨਾਮ ਹੈ, ਐਜ਼ ਸੋਰਸਿਸ ਵੀ, ਦੋਨੋਂ ਭਾਸ਼ਾਵਾਂ 'ਚੋਂ ਡੁੱਬਣ ਲੱਗੇ ਹੋਏ ਸੀ। ਉਹਨਾਂ ਨੇ ਭਾਰਤੀਆਂ ਨਾਲ ਦੋਸਤੀ ਦੇ ਕਦਮ ਵਧਾਏ। ਭਾਰਤੀਆਂ ਨੂੰ ਕਿਹਾ ਤੁਸੀਂ ਸਾਡਾ ਸਾਥ ਦਿਓ, ਅਸੀਂ ਤੁਹਾਨੂੰ ਕੌਨਸਟੀਟਿਊਸ਼ਨ ਅਸੈਂਬਲੀ ਜਾਂ ਸੰਵਿਧਾਨ ਲਿਖਣ ਵਾਲੇ, ਮਤਲਬ ਆਮ ਭਾਸ਼ਾ 'ਚ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ, ਪਾਵਰ ਤੁਹਾਡੇ ਹੱਥ 'ਚ ਦੇ ਦਿੱਤੀ ਜਾਏਗੀ। ਬਸ ਉਹਦਾ ਹੀ ਇੱਕ ਛੋਟਾ ਜਿਹਾ ਜਨਮ ਹੋਇਆ, ਉਹਨਾਂ ਦੇ ਇੱਕ ਵਰਡ ਦਾ ਅਸਰ ਹੋਇਆ ਕਿ ਸਾਡੇ ਕੋਲ ਜਿਹੜੀ ਹੈ ਸੰਵਿਧਾਨ ਬਣਾਉਣ ਵਾਸਤੇ ਕੌਨਸਟੀਟਿਊਂਟ ਅਸੈਂਬਲੀ ਆਈ। ਉੱਪਰ ਮੈਂ ਲਿਖਿਆ, ਕਹਿੰਦਾ ਦੇਅਰ ਵਾਜ਼ ਆਲਸੋ ਡਿਮਾਂਡ ਫॉर ਬੋਥ ਟਾਈਪ ਆਫ ਕੌਨਸਟੀਟਿਊਸ਼ਨ, ਰਿਟਨ ਐਂਡ ਅਨਰਿਟਨ। 1934-35 ਦੇ ਵਿੱਚ ਰਿਟਨ ਸੰਵਿਧਾਨ ਦੀ ਗੱਲ ਹੋਣ ਲੱਗ ਗਈ ਸੀ, ਬਟ ਫਿਰ ਉਹੀ ਗੱਲ ਹੈ, ਉਹਦੇ ਵਾਸਤੇ ਸਾਨੂੰ ਕੀ ਚਾਹੀਦਾ ਸੀ, ਸਾਨੂੰ ਅੰਗਰੇਜ਼ਾਂ ਕੋਲ ਮੱਥਾ ਟੇਕਣਾ ਪਿਆ। ਉਹ ਸਾਡੇ ਨਾਲ ਅਟੈਚ ਹੋਏ, ਉਹਨਾਂ ਨੇ ਕਿਹਾ ਵੀ ਸਾਡਾ ਸਾਥ ਦਿਓ ਲੜਾਈ ਦੇ ਵਿੱਚ, ਚਾਹੇ ਮੈਨ ਪਾਵਰ ਆ ਕੇ ਦੇਵੇ, ਚਾਹੇ ਮਸ਼ੀਨਰੀ ਦੇਵੇ, ਚਾਹੇ ਆਰਥਿਕ ਤੌਰ 'ਤੇ ਦਿਓ। ਅਸੀਂ ਜਿਹੜੀਆਂ ਵੀ ਚੀਜ਼ਾਂ ਇੱਥੇ ਲੈ ਕੇ ਜਾਂਦੇ ਹੋ, ਟੈਕਸਿਸ ਵਧਣ, ਜੋ ਵੀ ਸੋ ਐਂਡ ਸੋ, ਤਾਂ ਉਹ ਕਹਿੰਦੇ ਸੀਗੇ ਇਸ ਗੱਲ ਦੇ ਵਿੱਚ ਸਾਡਾ ਸਾਥ ਦਿਓ। ਉਸ ਤੋਂ ਬਾਅਦ ਤੁਸੀਂ ਜੋ ਮੂੰਹ ਮੰਗੋਗੇ, ਆਜ਼ਾਦੀ ਮੰਗੋਗੇ, ਉਹ ਵੀ ਦੇ ਦਿੱਤੀ ਜਾਏਗੀ।
ਤਾਂ ਉਹਨਾਂ ਦਾ ਹੀ ਇੱਕ ਦਿੱਤਾ ਹੋਇਆ ਤੋਹਫਾ ਕੈਬਨਿਟ ਮਿਸ਼ਨ ਪਲਾਨ ਦੇ ਅੰਡਰ ਸਾਡੇ ਕੋਲੇ ਇੱਕ ਸਾਹਮਣੇ ਆਈ ਕੌਂਸਟੀਟਿਊਂਟ ਅਸੈਂਬਲੀ, ਸੰਵਿਧਾਨਿਕ ਅਸੈਂਬਲੀ, ਜਿਹਨੇ ਕਿ ਭਾਰਤ ਦੇ ਸੰਵਿਧਾਨ ਨੂੰ 2 ਸਾਲ 11 ਮਹੀਨੇ 18 ਦਿਨ ਲਾ ਕੇ ਤਿਆਰ ਕੀਤਾ। ਸਟੂਡੈਂਟਸ ਦੇ ਕੁਐਸਚਨ ਮੈਂ ਵੇਟ ਜ਼ਰੂਰ ਕਰੂੰਗਾ ਤੁਹਾਡੇ ਸਾਰਿਆਂ ਦੇ ਰਿਵਿਊਜ਼ ਦੀ, ਤੁਹਾਡੇ ਕੁਐਸਚਨਸ ਦੀ ਵੀ ਕਮੈਂਟਸ ਦੇ ਵਿੱਚ ਅਸੀਂ ਵੇਟ ਕਰਾਂਗੇ। ਸਟੂਡੈਂਟ ਦੇ ਇਹੀ ਕੁਐਸਚਨ ਹੁੰਦੇ ਨੇ, ਜਿਵੇਂ ਹੁਣ ਆਹ ਦੱਸਤਾ ਵੀ 2 ਸਾਲ, ਯੈਸ ਭਾਰਤ ਦਾ ਸੰਵਿਧਾਨ ਸਭ ਤੋਂ ਲੌਂਗੈਸਟ, ਇਹ ਮੈਂ ਤੁਹਾਨੂੰ ਅੱਗੇ ਡਿਟੇਲ 'ਚ ਪੜ੍ਹਾਊਂਗਾ, ਉਦੋਂ ਤੁਹਾਡੇ ਇਹ ਚੀਜ਼ਾਂ ਸਾਰੀਆਂ ਕਵਰ, ਤੁਹਾਡੇ ਕੁਐਸਚਨ ਅਰਾਈਜ਼ ਹੋਣ ਤੋਂ ਪਹਿਲਾਂ ਖਤਮ ਕਰ ਦਿੱਤੇ ਜਾਣਗੇ, ਤੁਹਾਨੂੰ ਆਨਸਰਸ ਦੱਸ ਦਿੱਤੇ ਜਾਣਗੇ। ਕੌਨਸਟੀਟਿਊਸ਼ਨ ਆਫ ਇੰਡੀਆ ਫਰੇਮਡ ਬਾਈ ਹੂਮ, ਜੇ ਤੁਹਾਨੂੰ ਕੋਈ ਕੁਐਸਚਨ ਪੁੱਛ ਲੈਂਦਾ ਤਾਂ ਉਹ ਕੌਨਸਟੀਟਿਊਂਟ ਅਸੈਂਬਲੀ। ਉਹਦੀ ਡਿਮਾਂਡ ਕਿਹਨੇ ਕੀਤੀ? M.N. ਰॉय ਨੇ। M.N. ਰॉय, ਹੁਣ ਮੈਂ ਇੱਥੇ ਲਿਖ ਨਹੀਂ ਸਕਦਾ ਕਿਉਂਕਿ ਜਿੰਨਾ ਕੰਟੈਂਟ ਘੱਟ ਹੋਵੇ, ਬਟ ਜਿਹੜੇ ਮੇਰੀ ਵੀਡੀਓ ਸੁਣਨਗੇ ਉਹ 2-3 ਵਾਰ ਜ਼ਰੂਰ ਸੁਣ ਲਿਓ ਅਤੇ ਆਪਣੇ ਆਪ ਆਪਣੇ ਕਿਸੇ ਪੈਡ 'ਤੇ, ਕਾਪੀ 'ਤੇ, ਨੋਟਿੰਗ ਪੈਡ 'ਤੇ ਜ਼ਰੂਰ ਲਿਖ ਲਿਓ। ਹੁਣ ਮੇਰਾ ਇੱਕ ਪੜ੍ਹਾਉਣ ਦਾ ਇਹ ਵੀ ਤਰੀਕਾ ਰਿਹਾ, ਜਦੋਂ ਵੀ ਮੈਂ ਟੀਚ ਕਰਦਾ ਤਾਂ ਇੱਕ ਸਾਈਡ 'ਤੇ ਲਾਈਨ ਜ਼ਰੂਰ ਲਗਾ ਦਿੰਦੀ ਸੀ ਤਾਂ ਜੋ ਜਨਰਲ ਫੈਕਟ ਐਂਡ ਫਿਗਰਸ ਨੇ ਉਹ ਮੈਂ ਪੜ੍ਹਾਉਂਦਾ ਹੋਇਆ ਹੀ ਦੱਸ ਸਕਾਂ। M.N. ਰॉय, ਮਾਨਵੇਂਦਰ ਨਾਥ ਰॉय ਭਾਰਤ ਦੇ ਵਿੱਚ ਤੁਹਾਡੀ ਜਿਹੜੀ ਕਮਿਊਨਿਸਟ ਪਾਰਟੀ ਆਫ ਇੰਡੀਆ ਉਹਦਾ ਫਾਊਂਡਰ ਮੰਨਿਆ ਜਾਂਦਾ। ਮਾਨਵੇਂਦਰ ਨਾਥ ਰॉय ਭਾਰਤ ਦੇ ਵਿੱਚ ਕਮਿਊਨਿਸਟ ਪਾਰਟੀ ਆਫ ਇੰਡੀਆ ਦਾ ਫਾਦਰ ਮੰਨਿਆ ਜਾਂਦਾ, ਕਮਿਊਨਿਸਟ ਮੂਵਮੈਂਟ ਦਾ ਫਾਦਰ ਮੰਨਿਆ ਜਾਂਦਾ। ਅਤੇ ਸਟੂਡੈਂਟ ਪਲੀਜ਼ ਇਸ ਚੀਜ਼ ਨੂੰ ਦੁਬਾਰਾ ਤੋਂ ਦੁਬਾਰਾ ਸੁਣ ਲਿਓ, ਇਹ ਇੱਕ ਕਿਤਾਬ ਲਿਖੀ ਸੀ ਇੰਡੀਆ ਇਨ ਟ੍ਰਾਂਜ਼ੀਸ਼ਨ, ਭਾਰਤ ਦਾ ਬਦਲਦਾ ਹੋਇਆ ਚਿਹਰਾ, ਪੰਜਾਬੀ 'ਚ ਟ੍ਰਾਂਜ਼ੀਸ਼ਨ ਆਫ ਇੰਡੀਆ ਜਾਂ ਇੰਡੀਆ ਇਨ ਟ੍ਰਾਂਜ਼ੀਸ਼ਨ, ਉਹ ਇੱਥੇ ਨਹੀਂ ਲਿਖਿਆ, ਬਟ ਇਹ ਤੁਹਾਡੇ ਕਿਸੇ ਨਾ ਕਿਸੇ ਐਗਜ਼ਾਮ 'ਚ ਕਦੇ ਵੀ ਪੁੱਛਿਆ ਜਾ ਸਕਦਾ। ਸੋ ਤੁਹਾਡੇ ਲਈ ਇੱਕ ਜਨਰਲ ਫੈਕਟ ਹੋ ਗਿਆ। 1935 ਅਤੇ 1937 ਦੇ ਵਿੱਚ ਬਾਅਦ ਦੇ ਵਿੱਚ ਨਹਿਰੂ ਨੇ ਇੱਕ ਕਾਂਗਰਸ ਦੇ ਬਿਹਾਫ ਦੇ ਉੱਤੇ ਡਿਮਾਂਡ ਕੀਤੀ ਸੀ ਕਿ ਸਾਡੇ ਕੋਲ ਆਪਣੇ ਆਪ ਸਾਨੂੰ ਦੇਸ਼ ਨੂੰ ਚਲਾਉਣ ਵਾਸਤੇ ਇੱਕ ਅਸੈਂਬਲੀ, ਇੱਕ ਆਰਗੇਨਾਈਜੇਸ਼ਨ, ਸੰਸਥਾ ਹੋਵੇ ਜਿਹਦੇ ਨਾਲ ਅਸੀਂ ਆਪਣਾ ਦੇਸ਼ ਰਨ ਕਰ ਸਕੀਏ। ਫਿਰ ਅੱਗੇ ਆਪਾਂ ਗੱਲ ਆਉਂਦੇ ਹਾਂ ਕੌਂਸਟੀਟਿਊਂਟ ਅਸੈਂਬਲੀ, ਸੰਵਿਧਾਨਿਕ ਸਭਾ ਬਣੀ ਕਦੋਂ? 9 ਦਸੰਬਰ 1946। ਫਾਊਂਡਡ ਅੰਡਰ ਕੈਬਨਿਟ ਮਿਸ਼ਨ ਪਲਾਨ। ਬਸ ਇਸ ਤੋਂ ਔਖਾ ਕੁਐਸਚਨ ਇਹਨਾਂ 2 ਪੇਜਿਸ ਦੇ ਵਿੱਚ ਨਹੀਂ ਹੋ ਸਕਦਾ। ਥੋੜ੍ਹਾ ਧਿਆਨ ਦੇਣਾ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਹੁਣ ਉਹ ਜ਼ਮਾਨੇ ਗਏ, 2 ਸਾਲ 11 ਮਹੀਨੇ 18 ਦਿਨ ਲੱਗੇ, ਮੇ ਵੀ ਆ ਜੇ, ਉਹ ਆਪਣਾ ਲੱਕ ਹੈ ਤੁਹਾਡਾ ਸਭ ਦਾ। ਕਿੰਨਾ ਖਰਚਾ ਹੋਇਆ ਸਰ? ਮੈਨੂੰ ਅਕਸਰ ਬੱਚੇ ਪੁੱਛ ਲੈਂਦੇ, ਮੈਂ 64 ਲੱਖ ਹੋਇਆ ਜੀ, 64 ਲੱਖ ਰੁਪਇਆ ਸਾਡੇ ਸੰਵਿਧਾਨ ਨੂੰ ਬਣਨ 'ਤੇ ਲੱਗ ਗਿਆ। ਪਰ ਇਹ ਕੋਈ ਸਟੂਡੈਂਟ ਨਹੀਂ ਪੁੱਛਦਾ ਸਰ ਵੀ ਅਸੀਂ, ਯੈਸ ਭਾਰਤੀ ਸੰਵਿਧਾਨ ਦੁਨੀਆ ਦੇ ਬਹੁਤ ਸਾਰੇ ਸੰਵਿਧਾਨਾਂ ਤੋਂ ਅਸੀਂ ਬੋਰੋ ਵੀ ਕੀਤਾ। ਭਾਈ ਤੁਹਾਨੂੰ ਇੰਨਾ ਵੀ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਜਿਹੜੀ ਕੌਂਸਟੀਟਿਊਂਟ ਅਸੈਂਬਲੀ ਸੀ ਉਹ ਦੁਨੀਆ ਦੇ 60 ਦੇਸ਼ਾਂ ਨੂੰ ਤਾਂ ਘੁੰਮ ਕੇ ਆਈ, ਦੁਨੀਆ ਦੇ 60 ਦੇਸ਼ਾਂ ਨੂੰ ਘੁੰਮਿਆ ਗਿਆ, ਉਹਨਾਂ ਦੇ ਸੰਵਿਧਾਨਾਂ ਨੂੰ ਪੜ੍ਹਿਆ ਗਿਆ ਅਤੇ ਫਿਰ ਸਾਡੇ ਸੰਵਿਧਾਨ ਨੂੰ ਬਣਾਇਆ ਗਿਆ, ਜਿਸ ਕਰਕੇ ਸਾਡੇ ਸੰਵਿਧਾਨ ਨੂੰ 2 ਸਾਲ 11 ਮਹੀਨੇ 18 ਦਿਨ ਲੱਗੇ। ਅਤੇ ਦੁਨੀਆ ਦਾ ਸਭ ਤੋਂ ਲੌਂਗੈਸਟ ਟਾਈਮ ਲੱਗਿਆ ਆਸਟ੍ਰੇਲੀਆ ਨੂੰ, 9 ਸਾਲ ਲੱਗ ਗਏ, 1891 to 1900, 1891 ਤੋਂ ਲੈ ਕੇ 1900 ਤੱਕ। ਕੌਂਸਟੀਟਿਊਂਟ ਅਸੈਂਬਲੀ 9 ਦਸੰਬਰ 1946 ਨੂੰ ਬਣੀ। ਮੈਂਬਰਸ ਕਿੰਨੇ ਆਏ? 399। ਫਾਊਂਡਡ ਕੈਬਨਿਟ ਮਿਸ਼ਨ ਪਲਾਨ ਦੇ ਅੰਡਰ ਬਣੀ ਜੀ। ਕੈਬਨਿਟ ਮਿਸ਼ਨ ਪਲਾਨ ਅੰਗਰੇਜ਼ਾਂ ਵੱਲੋਂ ਭੇਜਿਆ ਗਿਆ, ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ। ਉਹਨਾਂ ਨੇ ਕੀ ਕਿਹਾ ਵੀ ਤੁਸੀਂ ਸਾਡਾ ਸਾਥ ਦੇ ਦਿਓ, ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਮੇਰੇ ਨੋਟਸ ਪੜ੍ਹ ਲਓ, ਤੁਹਾਨੂੰ ਪੇਪਰ ਆ ਜਾਊਗਾ। ਵੈਸੇ ਐਵੇਂ ਨਹੀਂ ਹੋ ਸਕਦਾ, ਠੀਕ ਹੈ ਨਾ, ਜੇ ਤੁਸੀਂ ਮੇਰੇ 'ਤੇ ਉਹ ਕਰੋ, ਮੈਂ ਸਿਰਫ ਤੁਹਾਨੂੰ ਸਮਝਾ ਰਿਹਾ। ਵਿਚ ਟਾਈਪ ਆਫ ਬੋਡੀ? ਇਹ ਪਾਰਟਲੀ ਇਲੈਕਟਿਡ ਐਂਡ ਪਾਰਟਲੀ ਨੋਮੀਨੇਟਿਡ, ਅੱਧੀ ਚੁਣੀ ਹੋਈ ਸੀ, ਅੱਧੀ ਨੋਮੀਨੇਟਿਡ ਸੀ। ਉਹ ਅੱਗੇ ਸਮਝ ਆਊਗਾ ਹੁਣ ਰਾਦਰ ਅਗਲੇ ਪੇਜ 'ਤੇ ਵੀ ਭਾਰਤ 'ਚ ਰੂਲ ਵੀ ਤਾਂ 2 ਤਰ੍ਹਾਂ ਦਾ ਸੀ ਨਾ, ਕੁਛ ਏਰੀਆ ਸਿੱਧੇ ਬ੍ਰਿਟਿਸ਼ ਇੰਡੀਆ ਮੰਨੇ ਜਾਂਦੇ ਸੀ, ਕੁਛ ਸਾਡੀਆਂ ਰਿਆਸਤਾਂ ਹੁੰਦੀਆਂ ਸਨ ਜਿਨ੍ਹਾਂ ਨੂੰ ਅਸੀਂ ਪ੍ਰਿੰਸਲੀ ਸਟੇਟਸ ਕਹਿੰਦੇ ਸੀ। ਆਹ ਲਾਸਟ ਜਿਹੜਾ ਤੁਹਾਨੂੰ ਕੁਐਸਚਨ ਦੱਸਿਆ ਕਿ ਆਹ ਵਾਲਾ ਸੀ ਸਭ ਤੋਂ ਔਖਾ ਕੁਐਸਚਨ ਸੀਗਾ ਕੌਂਸਟੀਟਿਊਂਟ ਅਸੈਂਬਲੀ ਦਾ, ਜਿਹੜਾ ਸੀਗਾ ਵੀ ਮਾਨਵੇਂਦਰ ਨਾਥ ਰॉय ਸੀਗਾ। ਉਸ ਤੋਂ ਬਾਅਦ ਉਸ ਸਭ ਤੋਂ ਦੂਜਾ ਔਖਾ ਕੁਐਸਚਨ ਇਸ ਪੇਜ ਦੇ ਵਿੱਚ ਇਹ ਹੈ ਵੀ ਕੌਂਸਟੀਟਿਊਂਟ ਅਸੈਂਬਲੀ ਦੇ ਸੈਸ਼ਨਸ ਕਿੰਨੇ ਹੋਏ? ਸੈਸ਼ਨ ਕਹਿ ਲਓ, ਕਾਨਫਰੰਸ ਕਹਿ ਲਓ, ਮੀਟਿੰਗਸ, 11 ਸੈਸ਼ਨ ਹੋਏ। 12ਵਾਂ ਜਿਹੜਾ 1950 'ਚ ਹੋਇਆ ਉਹ ਸੈਸ਼ਨ ਨਹੀਂ ਸੀ, ਬਸ ਉਹ ਇੱਕ ਤਰ੍ਹਾਂ ਦਾ ਸਾਈਨਿੰਗ ਕੰਮ ਸੀ। ਠੀਕ ਹੈ ਜੀ, ਅੱਗੇ ਵੱਧਦੇ ਹਾਂ। ਹੁਣ ਫਿਰ ਉੱਥੋਂ ਹੀ ਸ਼ੁਰੂ ਕੀਤਾ ਮੈਂਬਰਸ ਆਫ ਕੌਂਸਲ। ਇਹ ਪੇਜ 'ਤੇ ਬਹੁਤ ਧਿਆਨ ਦੇਣਾ, ਅਕਸਰ ਔਨਲਾਈਨ ਵਾਲਿਆਂ ਦੀਆਂ ਕਲਾਸਿਸ ਮੈਂ ਦੇਖੀਆਂ ਨੇ,
ਤੇ ਆਫਲਾਈਨ 'ਚ ਮੈਂ ਵੀ ਬਹੁਤ ਪੜ੍ਹਾਇਆ, ਆਫਲਾਈਨ ਵਾਲੇ ਵੀ ਮੈਂ ਪੜ੍ਹਾਉਂਦੇ ਦੇਖੇ ਨੇ। ਮੈਂਬਰਸ ਆਫ ਕੌਂਸਟੀਟਿਊਂਟ ਅਸੈਂਬਲੀ 1946 ਦੇ ਦੱਸ ਦਿੱਤੇ ਜਾਂਦੇ ਨੇ ਜੀ। ਮੋਸਟਲੀ ਸਟੂਡੈਂਟਸ ਨੂੰ ਇਹ ਪਤਾ ਹੀ ਨਹੀਂ ਵੀ 1947 'ਚ ਕੀ ਹੋਇਆ। 1947 'ਚ ਵੰਡ ਹੋਈ ਤਾਂ ਦੋਨੋਂ ਦੇਸ਼ਾਂ ਵਾਸਤੇ ਅਲੱਗ-ਅਲੱਗ ਪ੍ਰਪੋਜ਼ ਸੀਗਾ ਉੱਥੇ, ਉਹ ਪਹਿਲਾਂ ਹੀ ਪ੍ਰਪੋਜ਼ਡ ਕਰ ਦਿੱਤੀਆਂ ਗਈਆਂ ਸਨ ਵੀ ਦੋਨੋਂ ਦੇਸ਼ਾਂ ਦੀਆਂ ਅਲੱਗ-ਅਲੱਗ ਕੌਂਸਟੀਟਿਊਂਟ ਅਸੈਂਬਲੀਜ਼ ਹੋਣਗੀਆਂ। ਤਾਂ ਭਾਈ ਇਹ ਚੀਜ਼ ਧਿਆਨ ਰੱਖਿਓ, ਉੱਪਰਲੇ ਪੈਰਾਗ੍ਰਾਫ ਜਾਂ ਉੱਪਰਲੇ ਡਰਾਫ ਉਹਦੇ 'ਚੋਂ ਗ੍ਰਾਫ 'ਚੋਂ ਤੁਹਾਨੂੰ ਡਾਇਗਰਾਮ 'ਚੋਂ ਕੁਐਸਚਨ ਆਵੇ ਨਾ ਆਵੇ, ਦੂਜੇ ਦੇ ਵਿੱਚੋਂ ਥੱਲੇ 'ਚੋਂ ਆਉਣਾ ਚਾਹੀਦਾ। ਮੈਂਬਰਸ ਆਫ ਸੰਵਿਧਾਨਿਕ ਅਸੈਂਬਲੀ 1946 ਟੋਟਲ 399 ਸਨ, 296 ਬ੍ਰਿਟਿਸ਼ ਇੰਡੀਆ। ਮੈਂ ਹੁਣੇ ਦੱਸਿਆ ਜਿੱਥੇ ਪੂਰਾ ਪੂਰਾ ਏਕਾਧਿਕਾਰ ਬ੍ਰਿਟਿਸ਼ ਵਾਲਿਆਂ ਦਾ ਹੈ ਉੱਥੇ ਬ੍ਰਿਟਿਸ਼ ਇੰਡੀਆ ਦੇ ਮੈਂਬਰ, ਜਿੱਥੇ ਇਕੱਲਾ ਇਕੱਲਾ ਰਿਆਸਤਾਂ ਦਾ ਸੀ। ਹੁਣ ਸਟੂਡੈਂਟਸ, ਰਿਆਸਤਾਂ ਮਤਲਬ ਰਾਜੇ। ਭਾਰਤ ਆਜ਼ਾਦ ਹੋਣ ਤੋਂ ਬਾਅਦ ਭਾਰਤ ਦੇ ਵਿੱਚ 552 ਰਿਆਸਤਾਂ ਸਨ, 549। ਇਹ ਤੁਹਾਨੂੰ ਅਗਲੇ ਕੁਛ ਪੋਲਿਟੀ ਦੇ ਚੈਪਟਰਸ 'ਚ ਸਰਪ੍ਰਾਈਜ਼ਿੰਗਲੀ ਫੈਕਟ ਪਤਾ ਲੱਗਣਗੇ ਵੀ ਇਹ ਕੁਛ ਵੀ ਸੀਗਾ। ਕਦੋਂ ਕਿਹੜੀ ਸਟੇਟਸ ਬਣੀਆਂ ਇਹ ਮੈਂ ਉਦੋਂ ਦੱਸਾਂਗਾ। 93 ਮੈਂਬਰ ਤੁਹਾਡੇ ਪ੍ਰਿੰਸਲੀ ਸਟੇਟਸ ਤੋਂ ਸੀ, 296 ਮੈਂਬਰ ਤੁਹਾਡੇ ਬ੍ਰਿਟਿਸ਼ ਇੰਡੀਆ ਤੋਂ ਸਨ, 252 ਅੱਗੇ ਆ ਵੀ ਬਹੁਤ ਰੇਅਰ ਹੈ ਵੀ ਕਿਤੇ ਦੱਸਿਆ ਜਾਵੇ। ਬ੍ਰਿਟਿਸ਼ ਇੰਡੀਆ ਵੀ ਅੱਗੇ 2 ਪਾਰਟਸ 'ਚ ਡਿਵਾਈਡਡ ਸੀ। 292 ਮੈਂਬਰ ਸੀ, ਉਹ 11 ਪ੍ਰੋਵਿੰਸਿਸ 'ਚੋਂ ਸੀ ਜਿੱਥੇ ਗਵਰਨਰ ਰੂਲ ਹੁੰਦਾ ਸੀ ਜਾਂ ਜਿੱਥੇ ਗਵਰਨਰ ਅਪਾਇੰਟਡ ਹੁੰਦੇ ਸਨ। 4 ਚੀਫ ਕਮਿਸ਼ਨਰ ਪ੍ਰੋਵਿੰਸਿਸ ਹੁੰਦੇ ਸਨ। ਅਤੇ ਅੱਜ ਦੀ ਭਾਸ਼ਾ 'ਚ ਜੇ ਮੈਂ ਗੱਲ ਕਰਾਂ ਤਾਂ ਚੀਫ ਕਮਿਸ਼ਨਰ ਪ੍ਰੋਵਿੰਸਿਸ ਆਮ ਭਾਸ਼ਾ 'ਚ ਅਸੀਂ ਅੱਜ UT ਕਹਿ ਕੇ ਤੁਹਾਨੂੰ ਸਮਝਾ ਦਿੰਦਾ ਮੈਂ ਵੀ UT ਅੱਜ ਵੀ ਹੈਗੀ। ਅੱਜ ਚੰਡੀਗੜ੍ਹ ਦੇ ਵਿੱਚ ਪੰਜਾਬ ਦਾ ਹੀ ਗਵਰਨਰ ਉੱਥੇ ਦਾ ਐਡਮਿਨਿਸਟ੍ਰੇਟਰ ਕਿਹਾ ਜਾਂਦਾ ਹੈ, ਨਾ ਕਿ ਚੀਫ ਕਮਿਸ਼ਨਰ। 1984 ਤੋਂ ਬਾਅਦ ਇਹ ਚੀਜ਼ਾਂ ਖਤਮ ਹੋ ਗਈਆਂ। ਜਿਨ੍ਹਾਂ ਨੂੰ ਕੁਝ ਵੀ ਨਾ ਸਮਝ ਲੱਗੇ ਉਹ ਮੈਨੂੰ ਜਿਵੇਂ ਮਰਜ਼ੀ ਸਾਡੀ ਮੇਲ 'ਤੇ, ਸਾਡੇ ਕਮੈਂਟ ਸੈਕਸ਼ਨ 'ਚ ਜੋ ਮਰਜ਼ੀ ਪੁੱਛਣ। ਮੈਂ ਦੁਬਾਰਾ ਰਿਪੀਟ ਕਰ ਦਿੰਦਾ, ਕੌਂਸਟੀਟਿਊਂਟ ਅਸੈਂਬਲੀ 1946 ਦੇ ਵਿੱਚ ਮੈਂਬਰ 389 ਸੀ, 296 ਮੈਂਬਰ ਬ੍ਰਿਟਿਸ਼ ਇੰਡੀਆ ਤੋਂ ਸਨ ਅਤੇ 93 ਪ੍ਰਿੰਸਲੀ ਸਟੇਟਸ ਤੋਂ ਸਨ। ਟੋਟਲ ਪ੍ਰਿੰਸਲੀ ਸਟੇਟ ਭਾਰਤ 'ਚ ਰਿਆਸਤਾਂ 552 ਸਨ ਅਤੇ 292 ਅਤੇ 4 ਦਾ ਵੀ ਮੈਂ ਆਲਰੇਡੀ ਦੱਸਤਾ। ਗਵਰਨਰ ਪ੍ਰੋਵਿੰਸਸ ਵੀ ਸੀਗੇ ਅਤੇ ਚੀਫ ਕਮਿਸ਼ਨਰ। ਹੁਣ ਮੋਸਟ ਇੰਪੋਰਟੈਂਟ ਇਸ ਲਈ ਲਿਖਿਆ ਕਿ ਮੈਂਬਰਸ ਆਫ ਕੌਂਸਟੀਟਿਊਂਟ ਅਸੈਂਬਲੀ 1947 ਦੇ ਵਿੱਚ ਪਾਰਟੀਸ਼ਨ ਤੋਂ ਬਾਅਦ ਜਦੋਂ ਪਾਕਿਸਤਾਨ ਇੱਕ ਨਵਾਂ ਮੁਲਕ ਬਣ ਗਿਆ 15 ਅਗਸਤ ਨੂੰ, 14 ਅਗਸਤ ਰਾਤ ਨੂੰ ਮੜਿਆ ਜਾਂ 14 ਅਗਸਤ ਨੂੰ ਉਹ ਆਜ਼ਾਦ ਹੋਏ, ਉਦੋਂ 229 ਮੈਂਬਰ ਤਾਂ ਬ੍ਰਿਟਿਸ਼ ਇੰਡੀਆ ਦੇ ਸੀ ਅਤੇ 70 ਮੈਂਬਰ ਪ੍ਰਿੰਸਲੀ ਸਟੇਟ ਤੋਂ ਰਹਿ ਗਏ। ਯਾਨੀ ਕਿ ਸਿੱਧੇ ਸਿੱਧੇ 90 ਮੈਂਬਰ ਕਿੱਧਰ ਮੂਵ ਆਊਟ ਕਰ ਗਏ? ਪਾਕਿਸਤਾਨ। ਸਿੱਧੇ ਸਿੱਧੇ ਮੈਂਬਰ ਕਿੰਨੇ ਮੂਵ ਆਊਟ ਕਰ ਗਏ? 90 ਮੈਂਬਰ। ਪਲੀਜ਼ ਸਟੂਡੈਂਟਸ ਜਿਹੜੇ ਵੀ ਦੇਖਣਗੇ ਇਸ ਪੇਜ ਨੂੰ ਬਹੁਤ ਧਿਆਨ ਨਾਲ ਪੜ੍ਹਨ। ਇਸ ਤੋਂ ਈਜ਼ੀ ਵੇ ਡਾਇਗਰਾਮੈਟਿਕਲੀ ਤੁਹਾਨੂੰ ਨਹੀਂ ਸਮਝਾਇਆ ਜਾ ਸਕਦਾ। ਅੱਗੇ ਬਹੁਤ ਸਿੰਪਲ ਫੈਕਟ ਅਤੇ ਲਾਸਟ ਅੱਜ ਦੇ ਲਈ ਬਹੁਤ ਹੈ ਇੰਨਾ। ਤੁਸੀਂ ਰਿਵਾਈਜ਼ ਕਰਿਓ, ਦੱਸਿਓ ਵੀ ਕੁਛ ਨਵਾਂ ਸਿੱਖਣ ਨੂੰ ਮਿਲਿਆ। ਪ੍ਰੈਸੀਡੈਂਟ ਆਫ ਕੌਂਸਟੀਟਿਊਂਟ ਅਸੈਂਬਲੀ, ਦੇਖੋ ਮੈਂ ਦੇਸ਼ ਦੇ ਪ੍ਰੈਸੀਡੈਂਟ ਦੀ ਗੱਲ ਨਹੀਂ ਕਰ ਰਿਹਾ, ਮੈਂ ਕੌਂਸਟੀਟਿਊਂਟ ਅਸੈਂਬਲੀ ਦੀ ਗੱਲ ਕਰ ਰਿਹਾ। ਪ੍ਰੈਸੀਡੈਂਟ ਦੀ, ਪ੍ਰੈਸੀਡੈਂਟ ਆਫ ਕੌਂਸਟੀਟਿਊਂਟ ਅਸੈਂਬਲੀ ਪਹਿਲੀ ਵਾਰ ਟੈਂਪਰਰੀ ਬੇਸਿਸ 'ਤੇ ਬਣਾਇਆ ਗਿਆ ਸੀ। ਉਹਨਾਂ ਦਾ ਨਾਮ ਸੀ ਡਾਕਟਰ ਸਚਿਦਾਨੰਦ ਸਿਨਹਾ। ਠੀਕ ਹੈ ਜੀ, ਮੈਂ ਡੇਟਸ ਲਿਖੀ ਹੈ ਨਾਲ ਸਪੈਸ਼ਲ ਤੁਹਾਡੇ ਸਟੂਡੈਂਟਸ ਕਰਕੇ ਹੀ ਲਿਖੀਆਂ ਨੇ ਇਹ ਵੀ 9 ਦਸੰਬਰ 11 ਦਸੰਬਰ 2 ਦਿਨ ਵਾਸਤੇ। ਹੁਣ ਮੈਂ ਇੱਥੇ ਇੱਕ ਚੀਜ਼ ਹੋਰ ਤੁਹਾਨੂੰ ਲਿਖ ਕੇ ਦੇ ਸਕਦਾ ਸੀ, ਉਹ ਲਿਖ ਸਕਦਾ ਸੀ ਮੈਂ ਬਾਏ ਫਰੈਂਚ ਪ੍ਰੈਕਟਿਸ। ਬਾਏ ਮੇਰੇ ਤੋਂ ਲਿਖਿਆ ਨਹੀਂ ਗਿਆ, ਬਾਏ ਫਰੈਂਚ ਪ੍ਰੈਕਟਿਸ, ਜੋ ਕਿ ਕਿਹਾ ਜਾਂਦਾ ਤੁਸੀਂ ਵੀ ਜਦੋਂ ਰਿਟਾਇਰ ਹੋਵੋਗੇ ਸਰਕਾਰ ਤੁਹਾਨੂੰ ਇੱਕ ਰੈਂਕ ਵਧਾ ਕੇ ਰਿਟਾਇਰ ਕਰ ਦਿੰਦੀ ਹੈ ਤੁਹਾਨੂੰ ਔਨਰ ਦੇਣ ਵਾਸਤੇ। ਤੁਹਾਨੂੰ ਸਰਕਾਰ ਇੱਕ ਰੈਂਕ ਵਧਾ ਕੇ ਰਿਟਾਇਰ ਕਰਦੀ ਹੈ। ਜਿਵੇਂ ਤੁਸੀਂ ਲੈਟਸ ਸੇ DC ਬਣ ਜਾਂਦੇ ਹੋ ਜਾਂ SDM ਲੱਗ ਜਾਂਦੇ ਹੋ ਤਾਂ ਰਿਟਾਇਰ ਹੋਣ ਲੱਗੇ ਤੁਹਾਨੂੰ DC ਔਨਰਰੀ ਬਣਾਇਆ ਜਾਊਗਾ ਵੀ ਤੁਸੀਂ ਇੰਨੇ ਸਾਲ ਸਰਵਿਸਿਜ਼ ਦਿੱਤੀਆਂ। ਬਾਈ ਜੀ ਸਿੱਧੀ ਗੱਲ ਹੈ, ਫਸਟ ਆਫ ਦਾ ਟੈਂਪਰਰੀ ਬੇਸਿਸ ਇਸ ਲਈ ਸਨ ਉਹ ਕਿਉਂਕਿ ਉਹ ਕੌਂਸਟੀਟਿਊਂਟ ਅਸੈਂਬਲੀ ਦੇ ਸਭ ਤੋਂ ਜ਼ਿਆਦਾ, ਕੌਂਸਟੀਟਿਊਂਟ ਅਸੈਂਬਲੀ 'ਚ ਸਭ ਤੋਂ ਵੱਡੀ ਉਮਰ ਦਰਾਜ, ਸਭ ਤੋਂ ਵੱਡੇ ਉਮਰ ਦੇ ਜਾਂ ਓਲਡੈਸਟ ਫਰੀਡਮ ਫਾਈਟਰ ਸਨ, ਇਸ ਲਈ ਉਹਨਾਂ ਨੂੰ ਔਨਰ ਦਿੱਤਾ ਗਿਆ। ਪਰਮਾਨੈਂਟ ਪ੍ਰੈਸੀਡੈਂਟ ਆਫ ਕੌਂਸਟੀਟਿਊਂਟ ਅਸੈਂਬਲੀ ਕਦੋਂ ਬਣੇ? ਉਹ ਕੌਣ ਬਣਿਆ? ਡਾਕਟਰ ਰਾਜਿੰਦਰ ਪ੍ਰਸਾਦ, ਜੋ ਕਿ 11 ਦਸੰਬਰ ਨੂੰ ਬਣੇ। ਡਾਕਟਰ ਰਾਜਿੰਦਰ ਪ੍ਰਸਾਦ ਜੋ ਕਿ 11 ਦਸੰਬਰ ਨੂੰ ਬਣੇ ਅਤੇ ਬਾਅਦ ਦੇ ਵਿੱਚ ਉਹ ਹੀ ਸਾਡੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣੇ। ਠੀਕ ਹੈ ਜੀ। ਇੱਕ ਹੋਰ ਚੀਜ਼ ਇੱਥੇ ਸਮਝਾ ਦੇਵਾਂ, ਪੋਲਿਟੀ ਦੇ ਵਿੱਚ, ਕੌਨਸਟੀਟਿਊਸ਼ਨ ਦੇ ਵਿੱਚ ਕਦੀ ਵੀ ਦੇਸ਼ ਨੂੰ ਕੰਟਰੀ ਨਹੀਂ ਕਹਿੰਦੇ, ਬਹੁਤ ਰੇਅਰ ਕਿਹਾ ਜਾਂਦਾ। ਨੇਸ਼ਨ ਬਹੁਤ ਰੇਅਰ ਕਿਹਾ ਜਾਂਦਾ। ਜੇ ਪੋਲਿਟੀ
ਦੇ ਵਿੱਚ ਅੱਜ ਜੇ ਨਵੀਂ ਚੀਜ਼ ਪਤਾ ਲੱਗੂਗੀ ਤਾਂ ਉਹ ਸਭ ਤੋਂ ਪਹਿਲਾਂ ਆਹੀ ਲੱਗ ਜੂਗੀ ਕਿ ਕੌਨਸਟੀਟਿਊਸ਼ਨ ਜਾਂ ਪੋਲੀਟੀਕਲ ਸਿਸਟਾਈਸਿਸ ਦੇ ਵਿੱਚ ਜਾਂ ਇਹ ਪੋਲੀਟੀਕਲ ਸਿਸਟਮ ਦੇ ਵਿੱਚ ਕੰਟਰੀ ਨੂੰ ਸਟੇਟ ਕਹਿ ਕੇ ਜਾਣਿਆ ਜਾਂਦਾ, ਸਟੇਟ। ਅਤੇ ਜੇ ਸਟੇਟਸ ਲਿਖਿਆ ਹੋਵੇ ਫਿਰ ਹੁੰਦੇ ਰਾਜ, ਯਾਨੀ ਕਿ ਪੰਜਾਬ, ਹਿਮਾਚਲ, ਹਰਿਆਣਾ, ਜੋ ਕਿ 28 ਸਟੇਟਸ ਨੇ। ਪਰ ਜੇ ਇਕੱਲਾ ਸਟੇਟ ਲਿਖਿਆ ਆ ਤਾਂ ਉਹ ਹਮੇਸ਼ਾ ਕੰਟਰੀ ਨੂੰ ਉਹ ਦੇ ਰਿਹਾ, ਕੰਟਰੀ ਜਾਣੀ ਜਾ ਰਹੀ ਹੈ ਵੀ ਇੰਡੀਆ ਇਜ਼ ਅ ਬਿਗ ਸਟੇਟ, ਭਾਰਤ ਇੱਕ ਬਹੁਤ ਵੱਡਾ ਨੇਸ਼ਨ ਹੈ। ਵਾਈਸ ਪ੍ਰੈਜ਼ੀਡੈਂਟ 2 ਸਨ ਜੀ, ਮੋਸਟਲੀ ਸਿਰਫ ਹਰਿੰਦਰ ਕੁਮਾਰ ਮੁਖਰਜੀ ਲਿਖਿਆ ਜਾਂਦਾ, ਬਟ ਆਪਾਂ ਇੱਥੇ ਤੁਹਾਨੂੰ ਨਾਲ ਦੱਸਤਾ ਕਿ VT ਕ੍ਰਿਸ਼ਨਮਾਚਾਰੀ। ਤੁਹਾਨੂੰ ਸਟੂਡੈਂਟਸ ਨੂੰ ਉੱਥੇ ਇਹ ਕਈ ਵਾਰ ਮੈਚਿੰਗ ਕਰਨ ਦਾ ਵੀ ਕੁਐਸਚਨ ਆ ਸਕਦਾ, ਤਾਂ ਮੈਂ ਤੁਹਾਨੂੰ ਐਡਵਾਈਜ਼ਰ ਆਫ ਦਾ ਕੌਂਸਟੀਟਿਊਂਟ ਅਸੈਂਬਲੀ BN ਰਾਓ ਸੀ ਜੀ, ਬੰਗਾਲੀ ਰਾਮਾ ਰਾਓ, BN ਰਾਓ। ਸੀਲ ਆਫ ਕੌਂਸਟੀਟਿਊਂਟ ਅਸੈਂਬਲੀ, ਇਹ ਮੈਂ ਲਿਖੀ ਨਹੀਂ ਹੈ ਬਟ ਮੈਂ ਆਪਣੇ ਨਾਲ ਇੱਥੇ ਚੱਲਦੇ ਚੱਲਦੇ ਤੁਹਾਨੂੰ ਦੱਸ ਦੂੰਗਾ। ਸੀਲ ਆਫ ਕੌਂਸਟੀਟਿਊਂਟ, ਬਈ ਇੱਕ ਛੋਟਾ ਜਿਹਾ ਇਹ ਚੀਜ਼ ਧਿਆਨ ਰੱਖਿਓ, ਜੇ CA ਲਿਖਿਆ ਤਾਂ ਤੁਸੀਂ ਸਾਰੇ ਜਾਣੇ ਇਹਨੂੰ ਠੀਕ ਕਰ ਲੈਣਾ, ਇਹਨੂੰ ਕੌਂਸਟੀਟਿਊਂਟ ਅਸੈਂਬਲੀ ਹੀ ਪੜ੍ਹਿਓ ਰਾਦਰ ਦੈਨ ਕਿਤੇ ਚਾਰਟਰਡ ਅਕਾਊਂਟੈਂਟ ਨਾ ਪੜ੍ਹ ਲਿਓ, ਕਿਤੇ ਤੁਹਾਡਾ ਕੰਮ ਖਰਾਬ ਹੋ ਜੇ। ਕੌਂਸਟੀਟਿਊਂਟ ਅਸੈਂਬਲੀ ਦੀ ਸੀਲ ਸੀ ਐਲੀਫੈਂਟ, ਠੀਕ ਹੈ ਜੀ। ਸੈਕਟਰੀ ਆਫ ਦਾ ਕੌਂਸਟੀਟਿਊਂਟ ਅਸੈਂਬਲੀ ਕੌਣ ਸੀ? ਇਹ ਬਹੁਤ ਸਾਰੇ ਸਟੂਡੈਂਟ ਮੈਨੂੰ ਇਹ ਕੁਐਸਚਨ ਪੁੱਛਦੇ ਹੁੰਦੇ ਨੇ ਵੀ ਸਰ ਆਹ ਚੀਜ਼ਾਂ ਦੱਸਿਆ ਕਰੋ ਜੀ, ਇਹ ਫੈਕਟ ਦੱਸਿਆ ਕਰੋ, ਇਹ ਅਕਸਰ ਸਾਡੇ ਤੋਂ ਕੁਐਸਚਨ ਦੇ ਵਿੱਚ ਪੁੱਛੇ ਜਾ ਚੁੱਕੇ ਨੇ। ਤਾਂ ਹੁਣ ਇਹ ਜਿਹੜੀ ਗੱਲ ਹੈ ਇਸ ਲਈ ਮੈਂ ਬਲੈਂਕ ਛੱਡਦੀ ਸੀ ਵੀ ਮੈਂ ਜਦੋਂ ਪੜ੍ਹਾਊਂਗਾ ਜਾਂ ਚੈਪਟਰ ਰਿਕਾਰਡ ਕਰੂੰਗਾ ਲੈਕਚਰ ਤਾਂ ਉਦੋਂ ਮੈਂ ਦੱਸੂੰਗਾ ਤਾਂ ਉਹ ਨਾਲ ਨਾਲ ਸਾਰਿਆਂ ਨੂੰ ਯਾਦ ਰਹੂਗਾ, ਕਿਉਂਕਿ ਮੈਂ ਖੁਦ ਐਕਸਪੀਰੀਅੰਸ ਕੀਤਾ ਪੜ੍ਹਾਉਂਦੇ ਹੋਏ। ਜੋ ਚੀਜ਼ਾਂ ਦੱਸੀਆਂ ਵਰਬਲੀ ਯਾਦ ਰਹਿ ਸਕਦੀਆਂ ਉਹ ਅਸੀਂ ਉਹ ਨਹੀਂ ਯਾਦ ਰੱਖ ਸਕਦੇ। ਸੀਲ ਆਫ ਕੌਂਸਟੀਟਿਊਂਟ ਅਸੈਂਬਲੀ ਵਾਜ਼ ਐਲੀਫੈਂਟ ਜਾਂ ਸਿੰਬਲ ਆਫ ਕੌਂਸਟੀਟਿਊਂਟ ਅਸੈਂਬਲੀ। ਸਾਰਿਆਂ ਨੇ ਹੁਣ ਇੱਥੇ ਬਲੈਂਕ ਆਪ ਭਰਨਾ। ਕੌਂਸਟੀਟਿਊਂਟ ਅਸੈਂਬਲੀ ਦਾ ਜਿਹੜਾ ਸਿੰਬਲ ਸੀ ਉਹ ਤੁਹਾਡਾ ਐਲੀਫੈਂਟ ਸੀ। ਸੈਕਟਰੀ ਆਫ ਕੌਂਸਟੀਟਿਊਂਟ ਅਸੈਂਬਲੀ HVR ਯੰਗਰ, ਸੈਕਟਰੀ ਆਫ ਕੌਂਸਟੀਟਿਊਂਟ ਅਸੈਂਬਲੀ। ਦੇਖੋ ਇਹ ਕੁਐਸਚਨ ਆ ਸਕਦੇ ਆ, ਸਚਿਦਾਨੰਦ ਸਿਨਹਾ ਦਾ ਟਾਈਮ ਗਿਆ, ਪ੍ਰੈਸੀਡੈਂਟ ਪਰਮਾਨੈਂਟ ਦਾ ਗਿਆ। ਅਕਸਰ ਸਟੂਡੈਂਟ ਇੱਥੇ ਕਨਫਿਊਜ਼ ਹੋ ਜਾਂਦੇ ਆ ਸਰ ਵੀ ਅਸੀਂ ਸਚਿਦਾਨੰਦ ਸਿਨਹਾ 'ਤੇ ਪ੍ਰੈਸੀਡੈਂਟ 'ਤੇ ਟਿਕ ਲਗਾਵਾਂਗੇ ਜਾਂ ਪ੍ਰੈਸੀਡੈਂਟ 'ਤੇ ਟਿਕ ਲਗਾਵਾਂਗੇ ਰਜਿੰਦਰ ਪ੍ਰਸਾਦ 'ਤੇ। ਨਾ ਭਾਈ, ਪਹਿਲਾ ਪ੍ਰੈਸੀਡੈਂਟ ਰਜਿੰਦਰ ਪ੍ਰਸਾਦ ਹੀ ਹੈ ਅਤੇ ਦੋਨੋਂ ਆਪਸ਼ਨ ਇਕੱਠੇ ਕਦੀ ਆਉਣਗੇ ਨਹੀਂ। ਸੋ ਸੈਕਟਰੀ ਆਫ ਕੌਂਸਟੀਟਿਊਂਟ ਅਸੈਂਬਲੀ, ਫਿਰ ਆਪਾਂ ਦੁਬਾਰਾ ਆਪਣੇ ਕੰਮ 'ਤੇ ਆਉਂਦੇ ਹਾਂ। HVR ਯੰਗਰ IYENGAR। ਕੈਲੀਗ੍ਰਾਫਰ ਕੀ ਹੁੰਦਾ? ਜਿਹਦੀ ਰਾਈਟਿੰਗ ਲਿਖਣ ਦੀ ਸ਼ਮਤਾ ਬਹੁਤ ਸੋਹਣੀ ਹੋਵੇ, ਜਿਹਦੀ ਰਾਈਟਿੰਗ ਪਛਾਣੀ ਜਾ ਸਕਦੀ ਹੋਵੇ। ਜਿਵੇਂ ਮਹਾਰਾਜਾ ਰਣਜੀਤ ਸਿੰਘ ਇਨਾਮ ਦਿਆ ਕਰਦਾ ਹੁੰਦਾ ਸੀ ਜਿਹੜੇ ਬੰਦੇ ਬਹੁਤ ਵਧੀਆ ਲਿਖਦੇ ਹੁੰਦੇ ਸੀ। ਕੈਲੀਗ੍ਰਾਫਰ ਆਫ ਇੰਡੀਅਨ, ਜਿਹਨੇ ਆਪਣੇ ਹੱਥਾਂ ਨਾਲ ਲਿਖਿਆ, ਉਹਦਾ ਨਾਮ ਸੀ ਪ੍ਰੇਮ ਬਿਹਾਰੀ ਨਾਰਾਇਣ ਰਾਏਜ਼ਾਦਾ। ਧਿਆਨ ਨਾਲ, ਪ੍ਰੇਮ ਬਿਹਾਰੀ ਨਾਰਾਇਣ ਰਾਏਜ਼ਾਦਾ। ਅਤੇ ਬਿਊਟੀਫਾਈ ਅਤੇ ਡੈਕੋਰੇਟਡ ਕਿਹਨੇ ਕੀਤਾ? ਮਤਲਬ ਜਿਵੇਂ ਆਪਾਂ ਕਹਿੰਦੇ ਨਾ ਕਈ ਕਿਤਾਬਾਂ ਦੇ ਵਿੱਚ ਡੈਕੋਰੇਸ਼ਨ ਹੁੰਦੇ ਆ ਪੇਜ ਦੇ ਸਾਈਡਸ 'ਤੇ, ਅਸੀਂ ਵੀ ਆਪਣੀ ਹੋਮਵਰਕ ਨੋਟਬੁੱਕਸ ਨੂੰ ਬੜਾ ਸਜਾ ਕੇ ਰੱਖਦੇ ਹੁੰਦੇ ਸੀ ਛੋਟੇ ਹੁੰਦੇ, ਉਵੇਂ ਬਿਊਟੀਫਾਈ ਐਂਡ ਡੈਕੋਰੇਟਡ ਬਾਏ ਨੰਦ ਲਾਲ ਬੋਸ ਅਤੇ ਰਾਮ ਮਨੋਹਰ ਸਿਨਹਾ। ਨੰਦ ਲਾਲ ਬੋਸ ਐਂਡ ਰਾਮ ਮਨੋਹਰ ਸਿਨਹਾ। ਬਸ ਇਸ ਤੋਂ ਬਾਅਦ ਹੁਣ ਮੈਂ ਦੂਜਾ ਲੈਕਚਰ ਜਿਹੜਾ ਪਾਊਂਗਾ ਉਹ ਕੱਲ੍ਹ ਨੂੰ ਪਾਊਂਗਾ, ਜਿਹਦੇ ਵਿੱਚ ਥੋੜ੍ਹਾ ਜਿਹਾ ਹੋਰ ਤੁਹਾਨੂੰ ਐਲੈਬੋਰੇਟ ਕੀਤਾ ਜਾਊਗਾ। ਤੁਸੀਂ 10 ਕੁ ਲੈਕਚਰ ਲਗਾ ਲਿਓ, ਸੁਣ ਲਿਓ, ਅਤੇ ਜਿੰਨਾ ਕੁ ਤੁਹਾਨੂੰ ਮਟੀਰੀਅਲ ਪ੍ਰੋਵਾਈਡ ਹੋਊਗਾ ਉਹਨੂੰ ਨਾਲ ਨਾਲ ਮੇਰੇ ਬੋਲਣ ਦੇ ਨਾਲ ਵੀ ਅਟੈਚ ਜ਼ਰੂਰ ਕਰਦੇ ਰਹੋ, ਤੁਹਾਡੇ ਕੋਲ ਡਬਲ ਹੋ ਜਾਊਗਾ। ਅਸ਼ੋਰੈਂਸ ਹੈ ਕਿ ਪੰਜਾਬ ਸਟੇਟ ਅਤੇ ਹਰਿਆਣਾ ਸਟੇਟ ਦੇ ਕੁਐਸਚਨ ਇਸ ਤੋਂ ਬਾਹਰ ਨਹੀਂ ਆਉਂਦੇ। ਮੈਂ ਪਹਿਲਾਂ ਵੀ ਜਿੱਥੇ ਪੜ੍ਹਾਉਂਦਾ ਰਿਹਾ ਉੱਥੇ GK ਵਾਲੇ ਸਬਜੈਕਟਸ ਦੇ ਵਿੱਚ ਬਹੁਤ ਵਾਰ ਕੁਐਸਚਨ ਵਰਬਲੀ ਦੱਸੇ ਵੀ ਆ ਗਏ, ਨੋਨ ਵਰਬਲੀ ਚਲੋ ਰਿਟਨ ਡਾਊਨ ਵੀ ਆ ਜਾਂਦੇ ਸੀਗੇ, ਠੀਕ ਹੈ। ਇਹ ਅਸ਼ੋਰੈਂਸ ਹੈ ਤੁਹਾਨੂੰ ਅੱਗੇ ਅੱਗੇ ਇਹੋ ਜਿਹੀਆਂ ਬੇਸਿਕ ਚੀਜ਼ਾਂ ਦੱਸੂਗਾ ਉਹ ਮੋਸਟਲੀ ਕਿਤਾਬਾਂ 'ਚ ਨਹੀਂ ਲਿਖੀਆਂ ਹੁੰਦੀਆਂ। ਜਿਵੇਂ ਮੈਂ ਪਹਿਲੀ ਗੱਲ ਕੀਤੀ ਹੈ ਕਿ ਹਾਂ ਅੱਜ ਤੱਕ ਸਾਨੂੰ ਇਹੀ ਪੜ੍ਹਾਇਆ ਜਾ ਰਿਹਾ ਕਿ ਨੈਸ਼ਨਲ ਲੈਂਗੁਏਜ ਹੈ ਹਿੰਦੀ, ਬਟ ਉਹ ਕੋਈ ਵੀ ਨਹੀਂ ਹੈ। ਇਹ ਅੱਜ ਤੋਂ ਜੋ ਕੋਈ ਵੀ ਦੇਖੂਗਾ ਉਹ ਠੀਕ ਕਰ ਲੈਣਾ, ਨੈਸ਼ਨਲ ਲੈਂਗੁਏਜ ਕੋਈ ਨਹੀਂ ਹੈ, ਹਿੰਦੀ ਕੋਈ ਲੈਂਗੁਏਜ ਨਹੀਂ ਹੈ, ਉਹ ਸਿਰਫ ਅਫੀਸ਼ੀਅਲ ਲੈਂਗੁਏਜ ਹੈ। ਨੈਸ਼ਨਲ ਗੇਮ ਸਾਨੂੰ ਹੋਕੀ ਪੜ੍ਹਾ ਦਿੱਤੀ ਜਾਂਦੀ ਹੈ, ਬਟ ਉਹ ਕੋਈ ਨਹੀਂ ਹੈਗੀ, ਠੀਕ ਹੈ ਨਾ। ਇਹ ਚੀਜ਼ਾਂ ਦਾ ਥੋੜ੍ਹਾ ਜਿਹਾ ਧਿਆਨ ਰੱਖ ਕੇ ਪੜ੍ਹੋ,
ਠੀਕ ਹੈ। ਮੈਨੂੰ ਮੇਰੀਆਂ ਪੋਜ਼ਿਟਿਵਸ ਜ਼ਰੂਰ ਦੱਸਿਓ, ਕਮੀਆਂ ਜ਼ਰੂਰ ਦੱਸਿਓ ਵੀ ਜੇ ਤੁਹਾਨੂੰ ਕੁਛ ਲੱਗਿਆ ਵੀ ਹਾਂ ਮੈਨੂੰ ਹੋਰ ਇੰਪਰੋਵਾਈਜ਼ ਕਰਨ ਦੀ ਲੋੜ ਆ ਮਟੀਰੀਅਲ, ਜਾਂ ਹੋਰ ਤੁਹਾਨੂੰ ਕੁਝ ਜਾਣਕਾਰੀ ਵਾਲੀਆਂ ਚੀਜ਼ਾਂ, ਤੁਹਾਨੂੰ ਸਾਰੇ ਸਬਜੈਕਟ ਕਰਾ ਦਾਂਗੇ, ਠੀਕ ਹੈ ਨਾ। ਇੰਨੇ ਕੁ ਤਾਂ ਕਰਾ ਦਾਂਗੇ ਵੀ ਹਾਂ ਤੁਹਾਡਾ ਜਿਹੜਾ ਐਗਜ਼ਾਮ ਪਰਸਪੈਕਟਿਵ ਨਾਲ ਕੁਐਸਚਨ ਆਉਣੇ ਚਾਹੀਦੇ ਆ, ਬਸ ਮੇਰੀ ਇਹੀ ਹੈ। ਮੇਰਾ ਕੰਪੀਟੀਸ਼ਨ ਨਹੀਂ ਹੈ ਕਿਸੇ ਨਾਲ, ਕੋਈ ਮੈਂ ਕਿਸੇ ਨੂੰ ਉਹ ਨਹੀਂ ਆਪਾਂ ਦੱਸ ਰਹੇ, ਸਿਰਫ ਇੱਕ ਗਾਈਡੈਂਸ ਬੇਸ 'ਤੇ ਹੀ ਅਸੀਂ ਇਹ ਐਫਰਟ ਸ਼ੁਰੂ ਕੀਤਾ। ਅਤੇ ਜੇ ਇਸ ਐਫਰਟ ਨਾਲ ਕੋਈ ਬੈਨੀਫਿਟ ਹੁੰਦਾ ਤਾਂ ਸਾਨੂੰ ਬੜੀ ਖੁਸ਼ੀ ਹੋਊਗੀ, ਠੀਕ ਹੈ। ਪਲੀਜ਼ ਕਮੈਂਟਸ ਜ਼ਰੂਰ ਦੱਸਿਓ, ਆਪਣੇ ਨੇੜੇ ਦੇ ਫਰੈਂਡ ਸਰਕਲ 'ਚ ਜ਼ਰੂਰ ਸ਼ੇਅਰ ਕਰਿਓ, ਠੀਕ ਹੈ। ਜਿਹੜੇ ਤਾਂ ਮੇਰੇ ਕੋਲ ਕਈ ਵਾਰ ਕੋਈ ਪੜ੍ਹਿਆ ਹੀ ਦੇਖ ਲੂਗਾ ਉਹਨੂੰ ਤਾਂ ਪਤਾ ਲੱਗ ਜੂਗਾ, ਠੀਕ ਹੈ। ਤਾਂ ਕੱਲ੍ਹ ਤੋਂ ਜਿਹੜਾ ਅਗਲਾ ਲੈਕਚਰ ਹੋਊਗਾ ਉਹ ਕਮੇਟੀਜ਼, ਸੰਵਿਧਾਨ ਕਿਵੇਂ ਲਾਗੂ ਹੋਇਆ, ਕਦੋਂ ਬਣਿਆ, ਕਿਹੜੇ ਪਾਰਟਸ ਨੇ, ਕਿਹੜੇ ਆਰਟੀਕਲ ਨੇ, ਕਿੰਨੀਆਂ ਅਮੈਂਡਮੈਂਟਸ ਨੇ, ਵਰਕਿੰਗ ਸਟਾਈਲ ਆਫ ਕੌਂਸਟੀਟਿਊਂਟ ਅਸੈਂਬਲੀ, ਇਹ ਸਾਰੀਆਂ ਤੁਹਾਨੂੰ ਅੱਗੇ ਦੱਸੂਗਾ। ਹਾਂ, ਨਾਲ ਨਾਲ ਅਗਲੇ ਲੈਕਚਰ ਤੋਂ ਜਾਂ ਇੱਕ ਤੋਂ ਬਾਅਦ ਦੂਜੇ ਜਾਂ ਤੀਜੇ ਲੈਕਚਰ ਤੋਂ ਮੈਂ ਤੁਹਾਨੂੰ ਕਰੰਟ ਵੀ ਨਾਲ ਨਾਲ ਟੌਪਿਕ ਦੱਸ ਦਿਆ ਕਰੂੰਗਾ। ਉਹ ਤੁਸੀਂ ਸਾਡੇ ਨਾਲ, ਸਾਡਾ ਟੈਲੀਗ੍ਰਾਮ ਚੈਨਲ ਵੀ ਰੈਡੀ ਹੋ ਜਾਊਗਾ ਜਾਂ ਸਾਡਾ ਇੰਸਟਾਗ੍ਰਾਮ ਪੇਜ ਵੀ ਜਲਦੀ ਰੈਡੀ ਹੋ ਜਾਊਗਾ, ਉਸ 'ਤੇ ਸਾਨੂੰ ਕਮੈਂਟ ਕਰ ਸਕਦੇ ਹੋ, ਦੱਸ ਸਕਦੇ ਹੋ। ਯਾਦ ਰੱਖਣਾ, ਕੰਪੀਟੀਸ਼ਨ 'ਚ ਸਭ ਕੁਛ ਨਹੀਂ ਪੜ੍ਹਾਇਆ ਜਾਂਦਾ, ਇਹ ਮੇਰਾ ਐਕਸਪੀਰੀਅੰਸ ਹੈ, ਠੀਕ ਹੈ। ਤੁਸੀਂ ਮੇਰੇ ਨਾਲ ਉਨੇ ਕੁ ਹੋ ਕੇ ਪੜ੍ਹਦੇ ਰਹੋ, ਇਹ ਚੀਜ਼ਾਂ ਸਿੱਖਦੇ ਰਹੋ ਜਿੰਨੇ ਕੁ ਮੇਰੀ ਟੀਮ ਐਫਰਟ ਕਰੂਗੀ। ਸ਼ੋਰਟੀ ਹੈ ਵੀ ਤੁਹਾਡਾ ਇੱਕ ਅੱਛਾ ਐਗਜ਼ਾਮ ਕਲੀਅਰ ਹੋ ਜਾਊਗਾ, ਠੀਕ ਹੈ। ਕੰਪੀਟੀਸ਼ਨ ਤੁਹਾਨੂੰ ਨਾਲ ਨਾਲ ਇੰਨੇ ਕੁ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਜ਼ਰੂਰ ਦੱਸਿਆ ਕਰੂੰ, ਚਾਹੇ ਕਰੰਟ 'ਚ। ਯਾਦ ਰੱਖਣਾ, ਹਰੇਕ ਸਬਜੈਕਟ, ਪੋਲੀਟੀਕਲੀ ਪੋਲੀਟੀ ਨਹੀਂ ਹੈ, ਉਹ ਹਿਸਟਰੀ ਨਾਲ ਵੀ ਅਟੈਚ ਹੁੰਦੀ ਹੈ ਅਤੇ ਉਹ ਉਹਦੇ ਨਾਲ ਵੀ ਅਟੈਚ ਹੁੰਦੀ ਹੈ, ਜੋਗਰਾਫੀ ਨਾਲ। ਇਹ ਅੱਗੇ ਅੱਗੇ ਪਤਾ ਲੱਗੂਗਾ, ਉਵੇਂ ਉਵੇਂ ਤੁਹਾਡਾ ਮਾਈਂਡ ਸੈਟਅਪ ਖੁੱਲ੍ਹਦਾ ਜਾਊਗਾ। ਅਤੇ ਇਹੀ ਗੱਲ ਹੈ, ਪੋਲੀਟੀ ਵੀ ਕਰੰਟ 'ਚ ਆਉਂਦੀ ਹੈ। ਪਿਛਲੇ ਸਾਲ ਮੈਂ ਇੱਕ ਐਗਜ਼ਾਮ ਦੇ ਕੇ ਆਇਆ ਸੀ, ਉਹਦੇ 'ਚ 14-15 ਕੁਐਸਚਨ ਪੋਲੀਟੀ ਦੇ ਸਨ ਅਤੇ ਉਹਦੇ ਵਿੱਚੋਂ 3 ਕੁਐਸਚਨ ਪੋਲੀਟੀ ਦੇ ਕਰੰਟ 'ਚੋਂ ਸੀ। ਤੁਹਾਨੂੰ ਵੀ ਉਸੇ ਤਰ੍ਹਾਂ ਹੌਲੀ ਹੌਲੀ ਪ੍ਰਪੇਅਰ ਕਰਾਇਆ ਜਾਊਗਾ। ਸੋ ਅੱਜ ਲਈ ਇੰਨਾ ਬਹੁਤ ਹੈ, ਇਹਨੂੰ ਰਿਵਾਈਜ਼ ਕਰਿਓ। ਜਿਹੜੀਆਂ ਚੀਜ਼ਾਂ ਮੈਂ ਬਲੈਂਕ ਛੱਡੀਆਂ ਮੈਂ ਤੁਹਾਨੂੰ ਦੱਸਤੀਆਂ, ਠੀਕ ਹੈ। ਸੋ ਜਿਹੜੀ ਵੀ ਕੋਈ ਅਗਲਾ ਲੈਕਚਰ ਤੁਹਾਨੂੰ ਬਹੁਤ ਐਜ਼ ਸੂਨ ਐਜ਼ ਪੋਸੀਬਲ ਪ੍ਰੋਵਾਈਡ ਕਰ ਦਿੱਤਾ ਜਾਊਗਾ। ਜਿਹੜੇ ਵੀ ਸਟੂਡੈਂਟ ਪੜ੍ਹਨਗੇ ਉਹ ਕਮੈਂਟ ਜ਼ਰੂਰ ਕਰਿਓ, ਜੋ ਵੀ ਸਾਡੀਆਂ ਕਮੀਆਂ ਪੇਸ਼ੀਆਂ ਸਾਡੀ ਟੀਮ ਦੀਆਂ ਹੋਣਗੀਆਂ, ਮੇਰੀਆਂ ਹੋਣਗੀਆਂ, ਤਾਂ ਜ਼ਰੂਰ ਦਿਓ। ਥੈਂਕ ਯੂ ਸੋ ਮਚ, ਗੋਡ ਬਲੈਸ ਯੂ।